ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਅੱਜ ਦੇ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਜੀ ਆਇਆਂ। ਜਪ ਬਾਣੀ ਦੀ ਵਿਚਾਰ ਅਸੀਂ ਆਰੰਭ ਕੀਤੀ ਹੈ, ਜਿਸ ਵਿੱਚ ਕੱਲ ਅਸੀਂ ਜਪ ਦੀ ਪਹਿਲੀ ਪੌੜੀ ਦੇ ਪਹਿਲੇ 4 ਪੰਕਤੀਆਂ 4 ਲਾਈਨਾਂ ਦੀ ਵਿਚਾਰ ਕਰ ਚੁੱਕੇ ਹਾਂ। ਸਤਿਗੁਰੂ ਜੀ ਨੇ ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਜੋ ਗੱਲ ਸਾਨੂੰ ਸਮਝਾਈ ਹੈ ਉਹ ਹੈ ਕਿ ਮਨੁੱਖ ਪਰਮੇਸ਼ਰ ਨਾਲ ਮਿਲਾਪ ਕਿਵੇਂ ਕਰ ਸਕਦਾ ਹੈ। ਪੰਜਵੀਂ ਪੰਕਤੀ ਕਿਉਂ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ ਦੀ ਗੱਲ। ਇਹ ਪੰਕਤੀ ਜਦੋਂ ਅਸੀਂ ਹਰ ਪੰਕਤੀ ਦੇ ਨਾਲ ਰਲਾ ਕੇ ਪੜਾਂਗੇ ਤਾਂ ਗੱਲ ਬਣ ਜਾਏਗੀ, ਸਮਝ ਆ ਜਾਏਗੀ ਕਿ ਕੂੜ ਦੀ ਕੰਧ ਕਿਵੇਂ ਟੁੱਟੇ, ਵਾਹਿਗੁਰੂ ਜੀ ਦੇ ਦਰ ਤੇ ਸਚਿਆਰ ਕਿਵੇਂ ਬਣੀਏ, ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵਾਂ ਪਾਤਸ਼ਾਹ, ਤੇਰੇ ਨਾਲ ਬਣੀ ਹੋਈ ਕੂੜ ਦੀ ਕੰਧ ਟੁੱਟ ਜਾਏਗੀ। ਕੁਝ ਖਾਸ ਦਿਨਾਂ ਤੇ ਖਾਸ ਦਿਹਾੜਿਆਂ ਤੇ ਮੈਂ ਜਾ ਕੇ ਤੀਰਥਾਂ ਤੇ ਇਸ਼ਨਾਨ ਕਰ ਲਵਾਂ, ਇਸ ਢੰਗ ਨਾਲ ਮੈਂ ਤੇਰੇ ਨਾਲ ਮਿਲ ਜਾਵਾਂਗਾ। ਤਾਂ ਸਤਿਗੁਰੂ ਜੀ ਦਾ ਜਵਾਬ ਸੀ, ਨਹੀਂ। ਬਾਹਰ ਦੀ ਸੋਚ ਨਾਲ ਅੰਦਰ ਦੀ ਸੋਚ ਨਹੀਂ ਹੁੰਦੀ, ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ। ਫਿਰ ਗੁਰੂ ਪਾਤਸ਼ਾਹ ਜੀ ਨੇ ਅਗਲੇ ਸਵਾਲ ਦਾ ਜਵਾਬ ਦਿੱਤਾ। ਜਦੋਂ ਸਵਾਲ ਹੋਇਆ ਪਾਤਸ਼ਾਹ ਕਿ ਸਮਾਧੀਆਂ ਲਾਲ ਨਾਲ ਚੁੱਪ ਕਰ ਜਾਣ ਦੇ ਨਾਲ ਮੈਂ ਤੇਰੇ ਨਾਲ ਮਿਲ ਸਕਦਾ ਹਾਂ, ਤਾਂ ਸਤਿਗੁਰੂ ਕਹਿੰਦੇ ਨਹੀਂ, ਬਾਹਰ ਦੀ ਚੁੱਪ ਨਾਲ ਮਨ ਦੀ ਚੁੱਪ ਨਹੀਂ ਹੁੰਦੀ, ਮਨ ਦਾ ਟਿਕਾਓ ਨਹੀਂ ਹੁੰਦਾ। ਲਗਾਤਾਰ ਸਮਾਧੀ ਵਿੱਚ ਬੈਠ ਕੇ ਲਿਵ ਜੋੜ ਕੇ ਆਪਣੇ ਜ਼ਬਾਨ ਨੂੰ ਬੰਦ ਕਰਕੇ ਮਨੁੱਖ ਆਪਣੇ ਮਨ ਦੀ ਸੋਚ ਨੂੰ ਬੰਦ ਨਹੀਂ ਕਰ ਸਕਦਾ। ਅੱਛਾ ਪਾਤਸ਼ਾਹ, ਮੈਂ ਫਿਰ ਸੰਸਾਰ ਦੀ ਦੌਲਤ ਇਕੱਠੀ ਕਰ ਲਵਾਂ, ਸੰਸਾਰ ਦਾ ਧਨ ਪਦਾਰਥ ਇਕੱਠੇ ਕਰ ਲਵਾਂ, ਦੁਨੀਆ ਦੀ ਪਦਾਰਥਾਂ ਦੇ ਨਾਲ ਮੇਰੀ ਭੁੱਖ ਮਿਟ ਜਾਏਗੀ, ਸਾਰੀ ਸ੍ਰਿਸ਼ਟੀ ਦੇ ਪਦਾਰਥਾਂ ਨੂੰ ਇਕੱਠੇ ਕਰਕੇ ਕੀ ਮੇਰੇ ਮਨ ਦੀ ਭੁੱਖ ਮਿਟ ਜਾਏਗੀ? ਤਾਂ ਸਤਿਗੁਰੂ ਜੀ ਦਾ ਜਵਾਬ ਸੀ, ਨਹੀਂ, ਇਹਨਾਂ ਪਦਾਰਥਾਂ ਦੇ ਨਾਲ ਮਨ ਦੀ ਭੁੱਖ ਨਹੀਂ ਮਿਟਦੀ।
क्योंकि लख करूरी बंद ना परै। ਲੱਖਾਂ ਤੇ ਕਰੋੜਾਂ ਨਾਲ ਵੀ ਇਹ ਬੰਨ ਨਹੀਂ ਬੱਧ ਸਕਦਾ। ਇਹ ਚੁੱਪ ਇਹ ਸਾਡਾ ਦੁਨੀਆ ਦਾ ਪਦਾਰਥ ਜਿਹੜੇ ਹਨ ਇਹ ਸਾਡੀ ਭੁੱਖ ਨੂੰ ਨਹੀਂ ਮਿਟਾ ਸਕਦੇ। ਬਸ ਇੱਕੋ ਹੀ ਢੰਗ ਹੈ, ਉਹ ਹਰ ਕਾ ਨਾਮ ਜਪਤ ਨਿਸਤਰ ਹੈ। ਅੱਛਾ ਪਾਤਸ਼ਾਹ, ਫਿਰ ਮੈਂ ਵਿਦਵਾਨ ਬਣ ਜਾਵਾਂ, ਬਹੁਤ ਸਾਰੇ ਗ੍ਰੰਥ ਪੜ੍ਹ ਲਵਾਂ, ਵਿਚਾਰ ਚਰਚਾ ਕਰਕੇ ਆਪਣੇ ਵੱਡੇਪਨ ਨੂੰ ਦੁਨੀਆ ਦੇ ਸਾਹਮਣੇ ਰੱਖ ਦਿਆਂ, ਲੋਕੀ ਮੈਨੂੰ ਸਿਆਣਾ ਵੀ ਕਹਿਣ, ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਬਹੁਤ ਵੱਡਾ ਗਿਆਨਵਾਨ ਬਣ ਜਾਵਾਂ, ਇਹਨਾਂ ਚਲਾਕੀਆਂ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚ ਵੀ ਲਵਾਂ। ਪਰ ਖਿਆਲ ਕਰੀ, ਇਹਨਾਂ ਸਿਆਣਪਾਂ ਦੇ ਨਾਲ ਵੀ ਪਰਮੇਸ਼ਰ ਦੇ ਨਾਲ ਬਣੀ ਹੋਈ ਕੂੜ ਦੀ ਕੰਧ ਨਹੀਂ ਟੁੱਟਦੀ। ਆਮ ਤੌਰ ਤੇ ਅਸੀਂ ਇਸ ਸਿਆਣਪ ਨੂੰ ਰੋਸ਼ਨੀ ਦੇ ਨਾਲ ਤਰਜੀਹ ਦਿੰਦੇ ਹਾਂ। ਦੀਵਾ ਬਲਦਾ ਹੈ ਤੇ ਦੀਵੇ ਦੇ ਵਿੱਚੋਂ ਜਿਹੜੀ ਰੋਸ਼ਨੀ ਨਿਕਲਦੀ, ਅਸੀਂ ਕਹਿੰਦੇ ਚਾਨਣ ਹੋ ਗਿਆ, ਗਿਆਨ ਹੋ ਗਿਆ। ਗਿਆਨ ਦਾ ਅਰਥ ਚਾਨਣ ਹੈ। ਪਰ ਖਿਆਲ ਕਰਨਾ, ਇਸ ਦੀਵੇ ਦੀ ਲਾਟ ਦੇ ਵਿੱਚ ਇੱਕ ਕਾਲਖ ਛੁਪੀ ਹੋਈ ਹੈ। ਇਸ ਬਲਦੀ ਹੋਈ ਰੋਸ਼ਨੀ ਦੇ ਵਿੱਚ ਵੀ ਕਾਲਖ ਹੈ। ਜਦੋਂ ਅਸੀਂ ਇਹ ਦੀਵਾ ਬਾਲ ਕੇ ਰੱਖ ਦਈਏ ਤੇ ਕੁਝ ਸਮੇਂ ਬਾਅਦ ਉੱਥੇ ਕਾਲਖ ਦੇ ਨਿਸ਼ਾਨ ਲੱਗ ਜਾਂਦੇ ਨੇ। ਕਿੱਥੋਂ ਆਈ? ਉਸ ਦੀਵੇ ਦੀ ਲਾਟ ਵਿੱਚੋਂ, ਗਿਆਨ ਵਿੱਚੋਂ, ਜਿਹੜਾ ਇਹ ਬਾਹਰੀ ਗਿਆਨ ਸੀ, ਬਾਹਰੀ ਦਿਸਦੀ ਰੋਸ਼ਨੀ ਸੀ, ਅੰਦਰੋਂ ਕਾਲਖ ਜਿਹੜੀ ਲੱਗ ਗਈ। ਬਸ ਇਹ ਸਿਆਣਪਾਂ ਵੀ ਇਹੋ ਜਿਹੀਆਂ ਹਨ। ਪਰ ਗੁਰੂ ਦਾ ਜੋ ਗਿਆਨ ਹੈ, ਗੁਰੂ ਦੀ ਜੋ ਉਹ ਰੋਸ਼ਨੀ ਹੈ, ਉਹ ਹੋਂ ਤੋਂ ਰਹਿਤ ਗਿਆਨ ਹੈ। ਬਾਕੀ ਸਭ ਚਤੁਰਾਈ ਹੈ, ਬਾਕੀ ਸਭ ਸਿਆਣਪ ਹੈ। ਇੱਕ ਗੁਰੂ ਦਾ ਗਿਆਨ ਹੈ ਜਿਹੜਾ ਸਾਨੂੰ ਰੋਸ਼ਨੀ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਏ। ਆਉਂਦੀਆਂ ਹੀ ਨਹੀਂ। ਤੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਏ। ਇਹ ਚਤੁਰਾਈਆਂ ਨਾਲ, ਸਿਆਣਪਾਂ ਦੇ ਨਾਲ ਮਨੁੱਖ ਪਰਮੇਸ਼ਰ ਨੂੰ ਵਸ ਵਿੱਚ ਨਹੀਂ ਕਰ ਸਕਦਾ। ਪਰ ਅਸੀਂ ਕੀ ਵੇਖਦੇ ਹਾਂ? ਅੱਜ ਸਾਡੀ ਦੁਨਿਆਵੀ ਪੜ੍ਹਾਈ ਵਿੱਚ, ਦੁਨਿਆਵੀ ਇੰਸਟੀਟਿਊਸ਼ਨ ਦੇ ਵਿੱਚ, ਸੰਸਥਾਵਾਂ ਵਿੱਚ ਕੇਵਲ ਚਤੁਰਾਈ ਪੜ੍ਹਾਈ ਜਾਂਦੀ ਹੈ। ਗੁਰੂ ਨਹੀਂ ਪੜ੍ਹਾਇਆ ਜਾਂਦਾ, ਗੁਰੂ ਦੀ ਗੱਲ ਨਹੀਂ ਪੜ੍ਹਾਈ ਜਾਂਦੀ। ਗਿਆਨ ਦਿੱਤਾ ਜਾਂਦਾ ਹੈ, ਲੇਕਿਨ ਉਹ ਗਿਆਨ ਜਿਸ ਨਾਲ ਮਨੁੱਖ ਆਪਣੀ ਹਉਮੈ ਵਿੱਚ ਵਾਧਾ ਕਰਦਾ। ਤੇ ਗੁਰੂ ਪਾਤਸ਼ਾਹ ਜੀ ਨੇ ਸਾਰੇ ਸਵਾਲ ਰੱਖ ਕੇ ਫਿਰ ਸਵਾਲ ਪੈਦਾ ਹੋ ਗਿਆ, ਮਹਾਰਾਜ, ਨਾ ਬਾਹਰ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਪਵਿੱਤਰਤਾ ਹੋਵੇ, ਨਾ ਸਮਾਧੀਆਂ ਲਾਉਣ ਨਾਲ ਪਵਿੱਤਰਤਾ ਹੋਵੇ, ਭੌਰਿਆਂ 'ਚ ਵੜ ਕੇ ਨਹੀਂ ਹੋਈ, ਦੁਨੀਆ ਦੀ ਦੌਲਤ ਇਕੱਠੀ ਕਰਕੇ ਵੀ ਮਨ ਦੀ ਭੁੱਖ ਨਾ ਮਿਟੀ, ਸਿਆਣਪਾਂ ਤੇ ਚਤੁਰਾਈਆਂ ਦੇ ਨਾਲ ਵੀ ਤੈਨੂੰ ਨਾ ਰਜਾ ਸਕੇ, ਤੇ ਫਿਰ ਹੁਣ ਮਸਲਾ ਆ ਗਿਆ, ਸਚਿਆਰ ਕਿਵੇਂ ਬਣੀਏ, ਕੂੜ ਦੀ ਪਾਲ ਕਿਵੇਂ ਟੁੱਟੇ। ਇਹੋ ਹੀ ਗੱਲ ਸਮਝਣੀ ਸੀ। ਕਹਿੰਦੇ ਮੈਂ ਤਾਂ ਆਹ ਸਮਝਿਆ ਸੀ ਵੀ ਇਹਨਾਂ ਚੀਜ਼ਾਂ ਦੇ ਨਾਲ ਕੂੜ ਦੀ ਕੰਧ ਟੁੱਟ ਜਾਏਗੀ, ਪਰ ਤੁਸੀਂ ਤਾਂ ਸਭ ਕੁਝ ਰੱਦੀ ਕਰ ਦਿੱਤਾ, ਅਪਰਵਾਨ ਕਰਤਾ। ਤੁਹਾਡੇ ਦਰ ਤੇ ਪ੍ਰਵਾਨ ਨਹੀਂ ਹੋਈਆਂ ਚੀਜ਼ਾਂ। ਤਾਂ ਸਤਿਗੁਰੂ ਜੀ ਅੱਜ ਉਹਦਾ ਜਵਾਬ ਦਿੰਦੇ ਹਨ ਵੀ ਇਹ ਕੂੜ ਦੀ ਕੰਧ ਕਿਵੇਂ ਤੋੜੀ ਜਾ ਸਕਦੀ। ਸਤਿਗੁਰੂ ਦੇ ਬਚਨ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ,
ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚਲਣਾ, ਨਾਨਕ ਲਿਖਿਆ ਨਾਲ। ਹੁਕਮ ਰਜ਼ਾਈ ਚਲਣਾ, ਨਾਨਕ ਲਿਖਿਆ ਨਾਲ। ਲੋ ਹੁਣ ਇਹ ਸਵਾਲ ਆ ਕੇ ਖੜਾ ਹੋ ਗਿਆ। ਇਹ ਚਾਰੇ ਵਿਧੀਆਂ, ਚਾਰੇ ਪ੍ਰਣਾਲੀਆਂ ਜਿਹੜੀਆਂ ਸੀ, ਇਹ ਚਾਰ ਵਿਚਾਰਧਾਰਾਂ ਜਿਹੜੀਆਂ ਚੱਲਦੀਆਂ ਸਨ ਸੰਸਾਰ ਵਿੱਚ, ਗੁਰੂ ਜੀ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ, ਅਸਫਲ ਹੋ ਗਈਆਂ, ਕੂੜ ਦੀ ਕੰਧ ਤੋੜਨ ਵਿੱਚ ਕਾਮਯਾਬ ਨਾ ਹੋਈਆਂ। ਫਿਰ ਸੱਚਾ ਸਵਾਲ ਖੜਾ ਹੋ ਜਾਂਦਾ ਹੈ, ਅਸਲ ਵਿੱਚ ਇੱਕ ਸਾਡੀ ਹੋਂਦ ਦੀ ਭੁੱਲ ਕਰਕੇ ਜੀਵ ਆਪ ਹੀ ਸਰੀਰ ਤੇ ਜੀਵ ਆਤਮਾ ਬਣ ਜਾਂਦਾ ਹੈ, ਆਪਣੇ ਆਪ ਨੂੰ ਹੀ ਸਭ ਕੁਝ ਸਮਝ ਬੈਠਦਾ। ਇਹ ਹਨੇਰਾ, ਇਹ ਅੰਧਕਾਰ ਦੀ ਕੰਧ ਹੈ ਜੋ ਸਾਡੇ ਅੰਦਰ ਬਣੀ ਹੋਈ ਹੈ। ਇਹ ਅੰਧਕਾਰ, ਇਹ ਹਨੇਰੇ ਦੀ ਕੰਧ ਗੁਰੂ ਦੇ ਗਿਆਨ ਦੇ ਪ੍ਰਕਾਸ਼ ਤੋਂ ਬਿਨਾਂ, ਉਸ ਹੁਕਮੀ ਦਾ ਹੁਕਮ ਪਛਾਣਨ ਤੋਂ ਬਿਨਾਂ ਟੁੱਟਣੀ ਅਸੰਭਵ ਹੈ, ਪੋਸੀਬਲ ਨਹੀਂ ਹੈ। ਇਹ ਸਵਾਲ ਅੱਜ ਦੇ ਨਹੀਂ, ਧਰਮ ਦੀ ਦੁਨੀਆ ਵਿੱਚ ਇਹ ਸਵਾਲ ਬੜੀ ਦੇਰ ਤੋਂ ਚੱਲਦੇ ਹਨ। ਇਨਸਾਨ ਦੀ ਬੁੱਧੀ ਵਿੱਚ ਇਹ ਸਵਾਲ ਘੁੰਮਦੇ ਰਹਿੰਦੇ ਨੇ, ਔਰ ਕਈ ਤਰ੍ਹਾਂ ਦੇ ਅੰਦਰ ਹੋਰ ਸ਼ੰਕੇ, ਹੋਰ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਨੇ। ਤੇ ਇਹ ਹੱਲ ਲੱਭਣ ਲਈ ਹੀ ਆਹਰ ਕਰਦੇ ਰਹੇ, ਘਰ-ਬਾਰ ਤਿਆਗੇ ਗਏ, ਜੰਗਲਾਂ ਵਿੱਚ ਚਲੇ ਗਏ, ਤੀਰਥਾਂ ਦੇ ਵਾਸੇ ਕਰ ਲਏ, ਨਿਵਾਸ ਕਰ ਲਏ, ਪਰ ਕਿਸੇ ਸਿੱਟੇ ਤੇ ਨਾ ਪਹੁੰਚ ਸਕੇ, ਰਿਜ਼ਲਟ ਕੋਈ ਨਾ ਨਿਕਲਿਆ, ਜੀਵਨ ਵਿੱਚ ਚੇਂਜ ਕੋਈ ਨਾ ਆਈ, ਤਬਦੀਲੀ ਕੋਈ ਨਾ ਆਈ। ਹੁਣ ਇਹਨਾਂ ਸਾਰੀਆਂ ਰੁਕਾਵਟਾਂ ਦਾ ਭੇਦ ਗੁਰੂ ਪਾਤਸ਼ਾਹ ਨੇ ਖੋਲਿਆ, ਗੁਰੂ ਨਾਨਕ ਦੇਵ ਮਹਾਰਾਜ ਨੇ, ਕਿ ਵਾਹਿਗੁਰੂ ਤਾਂ ਸੱਤ ਹੈ ਤੇ ਜੀਵ ਦੇ ਅੰਦਰ ਕੂੜ ਹੈ, ਅਸਤ ਹੈ। ਹੁਣ ਸੱਤ ਤੇ ਕੂੜ ਦੋਵਾਂ ਦਾ ਮੇਲ ਨਹੀਂ ਹੋ ਸਕਦਾ, ਸੱਤ ਤੇ ਕੂੜ ਦਾ ਮੇਲ ਨਹੀਂ ਹੋ ਸਕਦਾ, ਦੋਵੇਂ ਆਪਸ ਚ ਵਿਰੋਧੀ ਤੱਤ ਨੇ। ਕਿਉਂਕਿ ਗੁਰੂ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਵਿਰੋਧੀ ਹੈ, ਸੱਚ ਤੇ ਕੂੜ ਦਾ ਵਿਰੋਧ ਹੈ। ਕੂੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾ ਖਾਵੇ, ਸੋਠ ਰਾਗ ਵਿੱਚ ਗੁਰੂ ਸਾਹਿਬ ਜੀ ਦਾ ਬਚਨ ਹੈ। ਫਿਰ ਕੂੜ ਤੇ ਸੱਚ ਦਾ ਮੇਲ ਇਸ ਲਈ ਨਹੀਂ ਹੁੰਦਾ ਕਿਉਂਕਿ ਕੂੜਿਆਰ ਤੇ ਸਚਿਆਰ ਦਾ ਆਪੋ ਚ ਬੋਲਣਾ, ਰਹਿਣਾ, ਸੁਭਾਅ, ਹਰ ਚੀਜ਼ ਜਿਹੜੀ ਹੈ ਉਹ ਫਰਕ ਹੈ। ਕੂੜੇ ਮਨੁੱਖ ਦਾ ਪਿਆਰ ਕੂੜਾ ਮਨੁੱਖਾਂ ਨਾਲ ਹੁੰਦਾ ਹੈ ਤੇ ਸਚਿਆਰ ਦਾ ਮਨੁੱਖ ਸਚਿਆਰਾਂ ਨਾਲ ਪਿਆਰ ਸਚਿਆਰ ਨਾਲ ਹੁੰਦਾ ਹੈ। ਹੁਣ ਕੂੜ ਹੈ ਕੀ ਚੀਜ਼, ਪਹਿਲੀ ਇਹ ਗੱਲ ਸਮਝਣ ਦੀ ਲੋੜ ਹੈ। ਕੂੜ ਦੀ ਦੀਵਾਰ ਕੀ ਚੀਜ਼ ਹੈ, ਕੂੜ ਦੀ ਪਾਲ ਕੀ ਚੀਜ਼ ਹੈ ਤੇ ਸੱਤ ਕੀ ਚੀਜ਼ ਹੈ। ਛੋਟੀ ਜੀ ਦੋ ਲਫ਼ਜ਼ਾਂ ਚ ਗੱਲ ਕਰੀਏ, ਕੂੜ ਹੈ ਹਉਮੈ, ਮੈਂ ਮੇਰੀ, ਤੇ ਸੱਤ ਹੈ ਨਾਮ, ਵਾਹਿਗੁਰੂ ਦਾ ਹੁਕਮ, ਉਹਦੀ ਯਾਦ। ਬਸ ਇੰਨਾ ਕੁ ਗੱਲ ਨੂੰ ਸਮਝਣ ਦੀ ਲੋੜ ਹੈ। ਕੂੜ ਹੈ ਹਉਮੈ, ਮੈਂ ਮੇਰੀ, ਇਹ ਅੰਦਰ ਵਸਦੀ ਰਹਿੰਦੀ ਹੈ। ਤੋ ਇਹ ਜਿਹੜਾ ਸੁਭਾਅ ਹੈ ਸਾਡਾ, ਇਹ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਹੁਣ ਜਰਾ ਥੋੜਾ ਜਿਹਾ ਆਪਾਂ ਆਪਣੇ ਜ਼ਿੰਦਗੀ ਰੋਜ਼ਾਨਾ ਨੂੰ ਦੇਖ ਲਈਏ, ਇਹ ਗੱਲ ਪੂਰੀ ਤਰ੍ਹਾਂ ਸਮਝ ਆ ਜਾਏਗੀ। ਜੀਵਨ ਦਾ ਹਰ ਬੰਦੇ ਦਾ, ਹਰ ਮਨੁੱਖ ਦਾ ਇੱਕ ਐਕਸਪੀਰੀਅੰਸ ਹੈ, ਤਜਰਬਾ ਹੈ ਕਿ ਜਿਸ ਚੀਜ਼ ਨਾਲ ਦਿਨ ਰਾਤ ਉਹਦਾ ਵਾਹ ਪਵੇ, ਉਹ ਚੀਜ਼ ਉਹਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਜਨਮ ਤੋਂ ਲੈ ਕੇ ਪਹਿਲਾਂ ਬੱਚਾ ਜਨਮ ਲੈਂਦਾ ਹੈ,
ਉਹਨੂੰ ਮਾਂ ਦਾ ਦੁੱਧ, ਫਿਰ ਮਾਂ ਤੇ ਪਿਓ ਦੇ ਨਾਲ ਆਪਸੀ, ਭੈਣਾਂ ਭਰਾਵਾਂ ਨਾਲ। ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਪਹਿਲਾਂ ਸਿਰਫ ਉਹਦਾ ਦੁੱਧ ਨਾਲ ਹੀ ਸਾਂਝ ਹੁੰਦੀ ਹੈ, ਕੋਈ ਪਹਿਚਾਣ ਨਹੀਂ ਕਿਸੇ ਦੀ। ਬਸ ਆਪਣੇ ਪੇਟ ਦੀ ਅੱਗ ਮਟਾਉਣ ਲਈ ਸਿਰਫ ਦੁੱਧ ਨਾਲ ਸਾਂਝ ਹੁੰਦੀ ਹੈ। ਪਰ ਥੋੜਾ ਜਿਹਾ ਵੱਡਾ ਹੁੰਦਾ, ਫਿਰ ਪਛਾਣ ਹੁੰਦੀ, ਮਾਂ ਦੀ, ਬਾਪ ਦੀ, ਪਿਤਾ ਦੀ ਪਛਾਣ ਸ਼ੁਰੂ ਹੋ ਜਾਂਦੀ ਹੈ। ਫਿਰ ਭੈਣਾਂ ਭਰਾਵਾਂ ਦੀ ਪਛਾਣ ਸ਼ੁਰੂ ਹੋ ਜਾਂਦੀ ਹੈ। ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਹੈ, ਤਿਵੇਂ ਤਿਵੇਂ ਸੰਸਾਰ ਦੇ ਹੋਰ ਪਦਾਰਥ ਉਹਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਜਿਵੇਂ ਵੱਡਾ ਹੁੰਦਾ, ਅੰਗ, ਸਾਖ, ਘਰ, ਘਾਟ, ਧਨ, ਪਦਾਰਥ, ਇਹਨਾਂ ਦੇ ਨਾਲ ਇਹਦੀ ਨੇੜਤਾ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਜੀਵ ਵੱਡਾ ਹੁੰਦਾ, ਫਿਰ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਸਾਡਾ ਘਰ ਹੈ, ਇਹ ਕਿਸੇ ਹੋਰ ਦਾ ਘਰ ਹੈ। ਇਹ ਇਸ ਤਰ੍ਹਾਂ ਦੇ ਵਿਚਾਰ ਸਹਿਜੇ ਸਹਿਜੇ ਸਾਡੇ ਮਨ ਵਿੱਚ ਮੇਰੇ ਤੇ ਤੇਰੇ ਦਾ ਵਿਤਕਰਾ ਖੜਾ ਕਰ ਦਿੰਦੇ ਹਨ। ਮੇਰੇ ਤੇਰੇ ਦਾ ਵਿਤਕਰਾ ਤੇ ਕਦ ਖੜੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਹੋਰ ਸਭਨਾਂ ਦੇ ਮੋਹ ਪਿਆਰ ਦੇ ਨਾਲੋਂ ਆਪਣੇ ਸਰੀਰ ਦਾ ਮੋਹ ਪਿਆਰ ਵੀ ਇਹਨੂੰ ਲੱਗ ਜਾਂਦਾ ਹੈ। ਉਹ ਸਾਰੀ ਜ਼ਿੰਦਗੀ ਆਪਣੇ ਸਰੀਰ ਦੇ ਇਸ ਪੋਚਾ ਪਾਚੀ ਵਿੱਚ ਹੀ ਇਹ ਲੱਗਾ ਰਹਿੰਦਾ। ਭਲਕੈ ਉੱਠ ਪਪੋਲੀਐ ਫਿਰ ਬੁੱਝੇ ਮੁਗਧ ਅਜਾਨ। ਵੀ ਭਲਕੇ ਉੱਠਦੇ ਹੀ, ਜਦੋਂ ਤੜਕੇ ਉੱਠਦੇ, ਜਦੋਂ ਵਾਹਿਗੁਰੂ ਦਾ ਨਾਮ ਜਪਣ ਦਾ ਵੇਲਾ ਹੁੰਦਾ, ਉਦੋਂ ਵੀ ਮਨੁੱਖ ਇਹ ਆਪਣੇ ਸਰੀਰ ਦੀ ਪੋਚਾ ਪਾਚੀ 'ਚ ਲੱਗ ਜਾਂਦਾ। ਉਹਨੂੰ ਆਪਾਂ ਸਰੀਰ ਦਾ ਸ਼ਿੰਗਾਰ, ਔਰ ਸਾਡੇ ਜਿਹਦਾ ਖਿਆਲ ਕਰਕੇ ਦੇਖੀਏ, ਜੀਵਨ ਦਾ ਕਈ ਘੰਟਿਆਂ ਦਾ ਸਮਾਂ ਅਸੀਂ ਸਰੀਰ ਦੇ ਇਸ ਸਜਾਵਟ ਲਈ ਸ਼ੀਸ਼ਿਆਂ ਦੇ ਅੱਗੇ ਖੜੇ ਹੋ ਕੇ ਬਤੀਤ ਕਰ ਦਿੰਦੇ ਹਾਂ। ਉਹ ਸਰੀਰ ਦਾ ਇਹ ਵੀ ਇੱਕ ਸਾਡੇ ਅੰਦਰ ਕੂੜ ਹੈ ਕਿ ਸਰੀਰ ਦੇ ਸ਼ਿੰਗਾਰ, ਸਰੀਰ ਦਾ ਮੋਹ, ਇਹ ਜੋ ਕੁਝ ਫੈਸ਼ਨ ਪ੍ਰਸਤੀ ਚੱਲੀ ਹੈ, ਜੋ ਕੁਝ ਅੱਜ ਹੋ ਰਿਹਾ, ਬਿਊਟੀ ਪਾਰਲਰ ਬਣੇ, ਇੱਕ ਸਭ ਕੁਝ ਬਣਿਆ, ਕਿਉਂ ਬਣੇ? ਕਿਉਂਕਿ ਇਨਸਾਨ ਦੀ ਸਰੀਰ ਦੇ ਨਾਲ ਮੋਹ ਸੀ। ਸਰੀਰ ਵੀ ਅੰਦਰ, ਸਰੀਰ ਦੇ ਨਾਲ ਪਿਆਰ ਸੀ, ਮਮਤਾ ਬਣ ਗਈ। ਉਹ ਆਪਣੇ ਸਰੀਰ ਨੂੰ ਸ਼ਿੰਗਾਰਨ ਦੇ ਲਈ, ਇਹਨੂੰ ਸ਼ਾਇਦ ਗੁਰੂ ਦਾ ਬਖਸ਼ਿਆ ਹੋਇਆ ਸ਼ਿੰਗਾਰ ਚੰਗਾ ਨਹੀਂ ਲੱਗਾ, ਉਹਦੇ ਦਿੱਤੀਆਂ ਹੋਈਆਂ ਚੀਜ਼ਾਂ ਦਾਤਾਂ ਪਿਆਰੀਆਂ ਨਾ ਲੱਗੀਆਂ, ਇਹਨੂੰ ਸ਼ਿੰਗਾਰਨ ਲਈ, ਬਣਾਉਣ ਲਈ ਹੋਰ ਕੁਝ ਕਰਨਾ ਸ਼ੁਰੂ ਕਰਤਾ। ਕਿਉਂ ਹੁੰਦਾ? ਕਿਉਂਕਿ ਇਨਸਾਨ ਦਾ ਸਰੀਰ ਦੇ ਨਾਲ ਵੀ ਪਿਆਰ ਹੈ। ਇਹ ਵੀ ਕੂੜ ਦੀ ਇੱਕ ਕੂੜ ਹੈ, ਇਹ ਵੀ ਰੁਕਾਵਟ ਹੈ ਸਾਡੇ ਉਹ ਪਰਮੇਸ਼ਰ ਦੇ ਨਾਲ ਮਿਲਾਪ ਦੇ ਵਿੱਚ। ਹੁੰਦਾ ਕੀ ਹੈ, ਜਦੋਂ ਮੇਲ ਤੇਲ ਦੇ ਅੰਦਰ ਪੈਦਾ ਹੁੰਦਾ ਨਾ, ਅਸੀਂ ਪਰਿਵਾਰ ਦੀ ਉਦਾਹਰਨ ਲੈਂਦੇ, ਐਗਜ਼ਾਮਪਲ ਲੈਂਦੇ ਹਾਂ। ਬੱਚਿਆਂ ਨੂੰ ਆਪਸ ਚ ਦੇਖੀਏ, ਅਸੀਂ ਗ੍ਰਸਤੀ ਆ ਨਾ, ਜਦੋਂ ਮੈਂ ਮੇਰੀ ਹੁੰਦੀ ਹੈ ਤਾਂ ਬੱਚੇ ਆਪਣੇ ਤੋਂ ਛੋਟੇ ਤੋਂ, ਆਪਣੇ ਤੋਂ ਕਮਜ਼ੋਰ ਤੋਂ, ਭੈਣ ਭਰਾ ਤੋਂ ਫਿਰ ਚੀਜ਼ ਖੋਹ ਕੇ ਖਾਂਦੇ ਨੇ। ਜਿਹੜਾ ਤਾਕਤਵਰ ਹੈ ਖੋਹ ਕੇ ਲੈ ਜਾਂਦਾ। ਕਈ ਵਾਰੀ ਉਹਨੂੰ ਧੱਕੇ ਵੀ ਦਿੰਦੇ ਨੇ। ਅਸੀਂ ਦੇਖਦੇ ਹਾਂ ਪਰਿਵਾਰ ਦੇ ਵਿੱਚ ਧੱਕੇ ਦੇ ਕੇ ਖੁਸ਼ ਹੁੰਦਾ ਵੀ ਮੈਂ ਹਾਂ ਖੋਹ ਲਈ। ਹੁਣ ਹੌਲੀ 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 ਇਹ ਜਿਹੜੀ ਆਦਤ ਹੈ ਵੱਧਦੀ ਜਾਂਦੀ ਹੈ, ਪੱਕਦੀ ਜਾਂਦੀ ਹੈ, ਸੁਭਾਅ ਪੱਕਦਾ ਜਾਂਦਾ ਹੈ। ਫਿਰ ਇਨਸਾਨ ਜਦੋਂ ਘਰ ਦੇ ਭੈਣਾਂ ਭਰਾਵਾਂ ਤੋਂ ਉੱਪਰ ਉੱਠਦਾ ਤੇ ਫਿਰ ਦੋਸਤਾਂ ਮਿੱਤਰਾਂ ਨਾਲ ਵੀ ਇਹ ਸਲੂਕ ਸ਼ੁਰੂ ਕਰ ਦਿੰਦਾ ਹੈ। ਹੁਣ ਇਹਦੇ ਚ ਉਹਨੂੰ ਕੋਈ ਭੈੜੀ ਨਹੀਂ ਗੱਲ ਲੱਗਦੀ ਖੋਹ ਕੇ ਖਾਣ ਦੀ। ਖੋਹ ਕੇ ਖਾਣ ਦਾ ਗੱਲ ਭੈੜੀ ਨਹੀਂ ਲੱਗਦੀ, ਕਿਉਂਕਿ ਤਾਕਤ ਹੈ, ਆਪਣੀ ਤਾਕਤ ਦਾ ਮਾਣ ਆ ਗਿਆ ਅੰਦਰ। ਜਿਵੇਂ ਜਿਵੇਂ ਮਨੁੱਖ ਸਿਆਣੀ ਉਮਰ ਦਾ ਹੁੰਦਾ ਜਾਂਦਾ ਹੈ, ਤਿਵੇਂ ਤਿਵੇਂ ਅੰਦਰ ਆਪਣਿਆਂ ਨਾਲ ਮੋਹ ਪਿਆਰ, ਆਪਣੇ ਘਰ ਦਾ ਮੋਹ, ਆਪਣੀ ਜਾਇਦਾਦ ਦੀ ਖਿੱਚ, ਇਹ ਸਭ ਕੁਝ ਉਹਦੇ ਮਨ ਤੇ ਫਿਰ ਜ਼ੋਰ ਪਾਉਣ ਲੱਗ ਪੈਂਦਾ। ਇਹੋ ਹੀ ਤਾਂ ਕੂੜ ਦੀ ਕੰਧ ਹੈ, ਇਹੋ ਹੀ ਤਾਂ ਕੂੜ ਦੀ ਕੰਧ ਹੈ ਜੋ ਸਾਡੇ ਅੰਦਰ ਬਣੀ ਹੋਈ ਹੈ। ਔਰ ਦਿਨ ਰਾਤ ਫਿਰ ਇਸ ਕੂੜ ਦੀ ਕੰਧ ਨੂੰ ਹੋਰ ਵੱਡਾ ਕਰਨ ਲਈ, ਪੱਕਾ ਕਰਨ ਦੇ ਲਈ ਸਾਰੀ ਦੌੜ ਪੈ ਸਾਡੀ ਹੁੰਦੀ ਹੈ। ਔਰ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਜਿਹੜਾ ਹੈ ਇਹ ਕੂੜ ਦੀ ਕੰਧ ਹੀ ਬਣ ਜਾਂਦੀ ਹੈ। ਸਾਡੀ ਜ਼ਿੰਦਗੀ ਦਾ ਨਿਸ਼ਾਨਾ ਇਸ ਕੂੜ ਦੀ ਕੰਧ ਬਣੀ ਜਾਂਦੀ ਹੈ। ਪਰ ਦੇਖੋ ਹੁਣ ਕਰਤਾਰ ਨਾਲ ਸਾਂਝ ਕਿਵੇਂ ਬਣੇ, ਉਸ ਮਾਲਕ ਦੇ ਨਾਲ ਕਿਵੇਂ ਗੱਲ ਬਣੇ। ਜ਼ਿੰਦਗੀ ਤਾਂ ਸਾਡੀ ਇਸ ਢੰਗ ਨਾਲ ਚੱਲ ਰਹੀ ਹੈ ਵੀ ਜਿਸ ਕਰਤਾਰ ਨੇ ਇਹ ਦੁਨੀਆ ਬਣਾਈ ਹੈ, ਦੁਨੀਆ ਰਚੀ ਹੈ, ਉਹਨੂੰ ਇਹਨਾਂ ਅੱਖਾਂ ਨਾਲ ਤਾਂ ਦੇਖਿਆ ਨਹੀਂ ਜਾ ਸਕਦਾ।
दिसदा ही नहीं। दिसदा तो जगत है, जगत है ਉਹਦਾ ਪਸਾਰਾ दिसदा है, वो नहीं दिसदा। ਇਹ ਘਰ ਘਰ ਦਿਸਦੇ ਨੇ, ਧਨ ਪਦਾਰਥ ਦਿਸਦੇ ਨੇ। ਸੋ ਕੁਦਰਤੀ ਗੱਲ ਇਹ ਹੁੰਦੀ ਹੈ, ਨੈਚੁਰਲ ਹੈ ਕਿ ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਉਹਨਾਂ ਦੇ ਨਾਲ ਸਾਡਾ ਪਿਆਰ ਬਣ ਜਾਂਦਾ ਹੈ ਔਰ ਪਿਆਰ ਪੱਕਾ ਹੁੰਦਾ ਰਹਿੰਦਾ। ਇਹ ਦਿਸਦੇ ਦੇ ਨਾਲ ਹੀ ਮਨੁੱਖ ਫਿਰ ਇਕਮਿਕ ਹੁੰਦਾ ਰਹਿੰਦਾ ਹੈ ਹਰ ਵੇਲੇ। ਹੋਰ ਕਰ ਵੀ ਕੀ ਸਕਦਾ, ਕਿਉਂਕਿ ਹੋਰ ਇਹਨੂੰ ਦਿਸਦਾ ਹੀ ਕੋਈ ਨਹੀਂ। ਪਰ ਜਦੋਂ ਕਿਤੇ ਆਪਣੇ ਕਿਸੇ ਬਹੁਤ ਪਿਆਰੇ ਨੂੰ ਰੱਬ ਦਾ ਰੱਬੀ ਹੁਕਮ ਆਉਂਦਾ ਤੇ ਮੌਤ ਖੋ ਕੇ ਲੈ ਜਾਂਦੀ ਹੈ। ਜਦੋਂ ਕਿਤੇ ਜੀਵਨ ਵਿੱਚ ਇਹੋ ਜਿਹਾ ਸਮਾਂ ਵੀ ਆ ਜਾਏ, ਠੱਗੀਆਂ ਮਾਰ ਮਾਰ ਕੇ ਮਿਹਨਤ ਨਾਲ ਖੋਏ ਹੋਏ ਖੋ ਕੇ ਧਨ ਜੋੜਿਆ ਹੋਇਆ ਕਿਸੇ ਘਰ ਚਲਾ ਜਾਏ, ਸਾਡੇ ਕੋਲ ਖੁੱਸ ਜਾਏ, ਠੇਡਾ ਤਾਂ ਬਚਦਾ ਹੈ, ਸੱਟ ਤਾਂ ਵੱਜਦੀ ਅੰਦਰ, ਤਗੜੀ ਸੱਟ ਵੱਜਦੀ ਹੈ। ਪਰ ਕੁਝ ਟਾਈਮ ਬਾਅਦ ਫਿਰ ਉਸੇ ਦੌੜ ਵਿੱਚ ਰੁੱਝ ਜਾਂਦਾ, ਕੂੜ ਦੀ ਕੰਧ ਫਿਰ ਬਣਨੀ ਸ਼ੁਰੂ ਹੋ ਜਾਂਦੀ ਹੈ। ਅੰਦਰ ਜੋ ਸਾਡੇ, ਮੈਂ ਰੋਜ਼ਾਨਾ ਜੀਵਨ ਦੀ ਇਸ ਕਰਕੇ ਗੱਲ ਕਰ ਰਿਹਾ ਵੀ ਜੋ ਇਹ ਕੂੜ ਦੀ ਕੰਧ ਹੈ ਕੀ ਚੀਜ਼, ਸਚਿਆਰ ਬਣਨ ਦੀ ਕਿਹੜੀ ਗੱਲ ਹੈ, ਕਿਹਨੂੰ ਕੂੜ ਦੀ ਪਾਲ ਗਿਆ ਗੁਰੂ ਸਾਹਿਬ ਜੀ ਨੇ। ਇਹ ਅਨ ਦਿਸਦੇ ਵਾਹਿਗੁਰੂ ਨਾਲੋਂ ਦੁਨੀਆ ਦੇ ਪਦਾਰਥਾਂ ਦੀ ਪਕੜ ਨਾਲ ਵੱਧਦੀ ਹੋਈ ਵਿੱਥ ਹੀ ਕੂੜ ਦੀ ਕੰਧ ਹੈ, ਜਿਹਨੂੰ ਅਸੀਂ ਇਹਨਾਂ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ। ਅਨ ਦਿਸਦੇ ਹੋਏ ਨਾਲੋਂ ਵਿੱਥ ਦਾ ਦਿਨੋਂ ਦਿਨ ਵੱਧਦੇ ਜਾਣਾ ਹੀ ਕੂੜ ਦੀ ਕੰਧ ਦਾ ਹੋਰ ਮਜ਼ਬੂਤ ਹੋਣੇ ਜਾਂਦਾ ਹੈ, ਹੋਰ ਮਜ਼ਬੂਤ ਹੋ ਜਾਂਦਾ ਹੈ। ਹੁਣ ਮੇਰ ਤੇਰ ਆਪਣੇ ਪਰਾਏ ਦੀ ਇਹ ਸੰਸਕਾਰ ਤਾਂ ਛੋਟੀ ਉਮਰ ਤੋਂ ਸਾਡੇ ਅੰਦਰ ਪੈਦਾ ਹੋ ਗਏ। ਇਸ ਦਾ ਅਸਰ ਪੈਣ ਲੱਗ ਗਿਆ ਸਾਡੀ ਧਨ ਦੇ ਉੱਤੇ, ਸਾਡੀ ਕਮਾਈ ਦੇ ਉੱਤੇ। ਕਿਹਨਾਂ ਤਰੀਕਿਆਂ ਨਾਲ ਕਮਾਇਆ ਜਾਏ, ਇਹ ਗੱਲ ਹੁਣ ਸੋਚਣ ਦੀ ਲੋੜ ਨਹੀਂ, ਬੰਦਾ ਸਮਝਦਾ। ਉਹ ਕਹਿੰਦਾ ਜਿੰਨਾ ਵੱਧ ਕਮਾ ਲਓ, ਜਿੰਨਾ ਵੱਧ ਇਕੱਠਾ ਕਰ ਲਓ, ਉਹਨਾਂ ਹੀ ਆਪਣੇ ਆਪ ਵਿੱਚ ਮੈਂ ਬਹੁਤ ਕਾਮਯਾਬ ਗਿਣਦਾ ਮਨੁੱਖ ਆਪਣੇ ਆਪ ਨੂੰ। ਮੈਂ ਸਕਸੈਸਫੁਲ ਕਿਉਂ, ਮੈਂ ਦੌਲਤ ਬੜੀ ਇਕੱਠੀ ਕੀਤੀ। ਸੋ ਹੁੰਦਾ ਕੀ ਹੈ, ਕੀ ਹੋ ਰਿਹਾ, ਪਰਾਇਆ ਹੱਕ ਮਾਰਨਾ, ਪਰਾਇਆ ਹੱਕ ਖੋਹਣਾ। ਇਹ ਮਨੁੱਖ ਦੀ ਸਿਆਣਪ ਤੇ ਅਕਲਮੰਦੀ ਜਿਹੜੀ ਉਹੀ ਦੇਖੀ ਜਾਂਦੀ ਵੀ ਇਹਨੇ ਕਿਵੇਂ ਧਨ ਕਿਵੇਂ ਇਕੱਠਾ ਕਰ ਲਿਆ। ਅੱਜ ਦੁਨੀਆ ਮਨੁੱਖ ਨੂੰ ਸਿਆਣਾ ਐਵੇਂ ਤਾਂ ਨਹੀਂ ਕਹਿੰਦੇ, ਜਿਹਦੇ ਪੱਲੇ ਦਾਣੇ ਉਹਦੇ ਕਮਲੇ ਵੀ ਸਿਆਣੇ। ਪੰਜਾਬੀ 'ਚ ਕਹਾਵਤ ਸੀ, ਉਹ ਕਹਿੰਦਾ ਇਹ ਹੀ ਸਿਆਣਾ ਹੈ। ਹਾਲਾਂਕਿ ਅਕਲ ਭਾਵੇਂ ਉਹਨੂੰ ਹੈ ਨਹੀਂ, ਕਿਉਂਕਿ ਠੱਗੀਆਂ ਮਾਰੀਆਂ, ਉਹਨੂੰ ਇਹ ਗੱਲ ਦਾ ਪਤਾ ਹੀ ਨਹੀਂ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਗੱਲ ਸਮਝ ਹੀ ਨਹੀਂ ਆਈ। ਇਹ ਪਤਾ ਨਹੀਂ ਲੱਗਾ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿਨ ਕੋ ਨਿਰਮਲ ਚੀਤ। ਬੰਦਿਆਂ ਦੀ ਰੱਤ ਪੀਣੀ ਕੋਈ ਵਧੀਆ ਗੱਲ ਸੀ? ਤੇ ਤੂੰ ਉਹ ਕੁਝ ਕਰ ਰਿਹਾ ਜੋ ਮਲਕ ਭਾਗੋ ਕਰ ਰਿਹਾ ਸੀ। ਬੰਦਾ ਉਹ ਕੁਝ ਕਰ ਰਿਹਾ ਜੋ ਦੁਨੀ ਚੰਦ ਕਰ ਰਿਹਾ ਸੀ। ਦੁਨੀ ਚੰਦ ਦੀ ਸਾਖੀ ਸੁਣ ਲਈ, ਭਾਈ ਲਾਲੋ ਮਲਕ ਭਾਗੋ ਦੀਆਂ ਕਹਾਣੀਆਂ ਸੁਣ ਲਈਆਂ, ਪਰ ਬਣ ਕੇ ਅਸੀਂ ਵੀ ਮਲਕ ਭਾਗੋ ਬੈਠ ਗਏ। ਕੁਝ ਹੈ ਕੁਝ ਜੀਵਨ ਵਿੱਚ, ਜਦ ਤੱਕ ਕੂੜ ਦੀ ਕੰਧ ਨਹੀਂ ਟੁੱਟੇਗੀ, ਭਾਈ ਲਾਲੋ ਤਾਂ ਅਸੀਂ ਬਣ ਨਹੀਂ ਸਕਦੇ। ਲਾਲੋ ਬਣਨ ਲਈ ਤਾਂ ਕੂੜ ਦੀ ਕੰਧ ਤੋੜਨੀ ਪਵੇਗੀ। ਪਰ ਕਿਉਂਕਿ ਲਾਲੋ ਦਾ ਮਤਲਬ ਕੋਈ ਗਰੀਬ ਨਹੀਂ ਹੈ, ਆਰਥਿਕ ਤੌਰ ਤੇ ਕਮਜ਼ੋਰੀ ਨਹੀਂ ਹੈ, ਬੰਦੇ ਦੇ ਅੰਦਰਲੀ ਗੱਲ ਹੈ ਸਾਰੀ, ਕੂੜ ਦੀ ਕੰਧ ਤੋੜਨ ਦੀ ਕਹਾਣੀ ਹੈ। तो रिजल्ट की है कि मनुख जिवें जिवें ये सोच विच अपने अंदर पक्की करता है, तो फिर डाके मारने, ठगियां मारनियां, ढंग तरीके वरतने, रिश्वत लैनी, ਜਿਹੜੇ ਕਿੱਤੇ 'ਚ ਵੀ है उस कित्ते 'ਚ हेराफेरी करनी, ये आम है। ਤੇ ਇਹ ਵੀ ਬਣਦਾ ਇੱਕ ਸੁਭਾਅ ਸਾਡਾ ਬਣ ਜਾਂਦਾ ਹੈ ਕਿ ਅਸੀਂ ਨਾਲ ਦੇ ਨੂੰ ਦੇਖ ਲਈਏ, ਦੋਸਤ ਮਿੱਤਰ ਨੂੰ ਦੇਖ ਲਈਏ, ਗੁਆਂਢੀ ਨੂੰ ਦੇਖ ਲਈਏ, ਜੇ ਉਹ ਕੋਈ ਥੋੜਾ ਜਿਹਾ ਖੁਸ਼ਹਾਲ ਹੋਵੇ ਤਾਂ ਫਿਰ ਅੰਦਰ ਸਾੜਾ ਜਿਹਾ ਸ਼ੁਰੂ ਹੋ ਜਾਂਦਾ ਹੈ। ਇਹ ਸਾੜਾ ਵੀ ਕੂੜ ਦੀ ਕੰਧ ਹੈ। ਫਿਰ ਉਹਨੂੰ ਨੁਕਸਾਨ ਕਿਵੇਂ ਬਚਾਇਆ ਜਾਏ? ਜੇ ਕੋਈ ਥੋੜਾ ਜਿਹਾ ਤਰੱਕੀ ਕਰ ਜਾਏ, ਭਾਵੇਂ ਧਰਮ ਦੀ ਦੁਨੀਆ 'ਚ ਕਰ ਜਾਏ, ਅਸੀਂ ਕਹਿੰਦੇ ਲੈ ਜ਼ਿਆਦਾ ਗਿਆਨੀ ਬਣ ਗਿਆ, ਦੇਖਿਆ ਹੋਇਆ ਇਹਨੂੰ ਪਹਿਲਾਂ ਕੀ ਕਰਦਾ ਸੀ। ਮਾਫ ਕਰਨਾ, ਇਹ ਸਾਡੇ ਅੰਦਰ ਇੱਕ ਨਿੰਦਾ ਤੇ ਵੈਰ ਵਿਰੋਧ ਦੀ ਇੱਕ ਦੀਵਾਰ ਜੀ ਖੜੀ ਹੋ ਗਈ ਹੈ। ਕਿਸੇ ਨੂੰ ਦੇਖ ਕੇ, ਕਿਸੇ ਦੀ ਜੀ ਦੇ ਤਰੱਕੀ ਨੂੰ ਦੇਖ ਕੇ ਮਨ ਬਰਦਾਸ਼ਤ ਨਹੀਂ ਕਰਦਾ। ਇਹ ਕੀ ਹੈ? ਕੂੜ। ਜਦੋਂ ਇਹੋ ਜਿਹਾ ਸੁਭਾਅ ਬਣ ਜਾਂਦਾ ਹੈ, ਫਿਰ
क्रोध ते नफरत, पराया हक, पराया रूप, भैड़ी निगाह, मैं वड्डा हाँ, मैं सियाणा हाँ, दुनिया सब तो मेरा आदर होना चाहिए, मेरा मान होना चाहिए, ये अंदर हंकार, यो कूड़ की कंध है। होर की है? यो सोच ही कूड़ की कंध है। कूड़ की कंध है की चीज? कूड़ की कंध को अंदर दीवार थोड़ी खड़ी है, साडे अंदर इट्टा पल दी जां प्लस्तर ला के उन्होंने सीमेंट ला के दीवार थोड़ी खड़ी की है। सोच ही कूड़ की कंध है। हर पासे विकारां दे भाबड़ बलदे हन इंसान दे अंदर। घर वेख लीए, असीं कोई शहर देख लीए, कोई पिंड देख लीए, घर घर यह अग की गल जिहड़ी है वो चल रही है। हुण ये सड़न तो इंसान नूं बचाउंदा कौन है? प्यारे बचा भी तो ही सकता है जो आप बचा होया होवे। जो आप ही नहीं बचा, बचा किदां सकदा? जिन्हें जीवन की ढंग सीख लिया, जिन्हें जीवन की जाच सीख ली, जिन्हें जीवन नूं जीउणा सीख लिया, वो बचा सकदा। इस कूड़ की कंध नूं तोड़न विच वो सहायता कर सकदा जिहड़ा किरती है, धर्मी है, जिहड़ा सतजा कमाऊ है, जिहड़ा आप गृहस्थी हुंदियां होइयां भी सतजा गृहस्थी है, जिहड़ा आप ही डुब्बिया होया डुबदियां नूं किवें बचाएगा, किवें दिखाएगा? भी जे बंदा भावें हुण जाके ओह तीर्थां ते नहा लवे ते भावें ओह समाधियां ला के बैठ जाए ते भावें दुनिया दी दौलत इकट्ठी कर लवे ते भावें सियाणा बण जाए, इन्हां ढंगां नाल तां फिर कूड़ दी कंध ना टुट सी। कूड़ दी कंध तोड़ नहीं सकदा। गृहस्थी हुंदियां होया जिहनूं अपने जीवन दा सही ढंग आ गया, ਉਹੀ ਗੱਲ है, ਉਹੀ ਗੱਲ समझ सकदा है। उस करतार ने, उस मालक ने जिहने इह जिंदगी नूं रचिआ, ये सारे जीव उस दरिया दीयां लਹਿਰਾਂ ਹਨ। ਉਹ ਵਿਸ਼ਾਲ ਸਾਗਰ ਹੈ, ਅਸੀਂ ਉਸ ਦੀਆਂ ਲਹਿਰਾਂ ਹਾਂ। ਜਿੰਨਾ ਚਿਰ ਇਹ ਲਹਿਰਾਂ ਉਸ ਸਾਗਰ ਦੇ ਅੰਦਰ, ਦਰਿਆ ਦੇ ਅੰਦਰ ਰਹਿਣਗੀਆਂ, ਇਹਨਾਂ ਦਾ ਪਾਣੀ ਸਾਫ਼ ਰਹੇਗਾ, ਸਵੱਛ ਰਹੇਗਾ। ਤੇ ਜਦੋਂ ਮਾਇਆ ਕਮਾਂ ਦੇ ਟੋਏ ਟਿੱਬਿਆਂ ਦੇ ਵਿੱਚ ਜਾ ਕੇ ਕਿਤੇ ਉਛਲ ਕੇ ਡਿੱਗ ਪਈਆਂ, ਆਸ-ਪਾਸ ਕਿਨਾਰਿਆਂ ਤੋਂ ਬਾਹਰ ਹੋ ਗਈਆਂ, ਫਿਰ ਪ੍ਰਭੂ ਨਾਲੋਂ ਸਾਡੀ ਵਿੱਥ ਬਣ ਜਾਏਗੀ, ਫਿਰ ਵਿਤਕਰੇ ਬਣ ਜਾਣਗੇ। ਬਸ ਇੱਥੋਂ ਹੀ ਆਤਮਿਕ ਰੋਗ ਹੈ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਜਦ ਤੱਕ ਅਸੀਂ ਬਾਪ ਦੀ ਗੋਦ ਵਿੱਚ ਅੰਮਾ ਦੀ ਝੋਲੀ ਦਾ ਨਿੱਘ ਛੱਡ ਦਿੰਦੇ ਹਾਂ, ਜਦ ਤੱਕ ਬੱਚਾ ਮਾਂ ਦੀ ਗੋਦ ਵਿੱਚ ਹੈ, ਕੋਈ ਦੁਨੀਆ ਦੇ ਫਿਕਰ ਨਹੀਂ ਹੈ, ਕੋਈ ਕੂੜ ਦੀ ਕੰਧ ਨਹੀਂ ਹੈ। ਪਰ ਜਦੋਂ ਮਾਂ ਦੀ ਗੋਦ ਤਿਆਗੀ, ਮਾਂ ਦੀ ਸੋਚ ਤਿਆਗੀ, ਤਾਂ ਫਿਰ ਉਸ ਵੇਲੇ ਇਹਦੇ ਦੁਨੀਆ ਦੀਆਂ ਕੰਧਾਂ ਦੇ ਅੰਦਰ ਆ ਕੇ ਬਣਨੀਆਂ ਖੜੀਆਂ ਹੋ ਗਈਆਂ। ਹੁਣ ਇਹ ਸਵਾਲ ਆ ਗਿਆ, ਹੁਣ ਇਹ ਭੇਦ ਗੁਰੂ ਨੂੰ ਦੱਸਿਆ, ਇਹ ਭੇਦ ਗੁਰੂ ਤੋਂ ਪਤਾ ਲੱਗਦਾ, ਗੁਰੂ ਤੋਂ ਇਹ ਗੱਲ ਸਮਝ ਆਉਂਦੀ ਹੈ। ਗੁਰੂ ਇੱਕੋ ਗੱਲ, ਇਹ ਰੋਗ ਵੀ ਇੱਕੋ ਹੀ ਹੈ ਤੇ ਦਵਾਈ ਵੀ ਇਹਦੀ ਹੈ, ਉਹ ਦਵਾਈ ਇੱਕੋ ਹੀ ਗੁਰੂ ਨੇ ਦਿੱਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਮਨੁੱਖ ਆਪਣੇ ਪਰਿਵਾਰ ਦੇ ਲਈ, ਸਰੀਰਕ ਨਿਰਵਾਹ ਦੇ ਲਈ ਧਨ ਕਮਾਉਂਦਾ ਹੈ, ਧਨ ਪਦਾਰਥ ਜੋੜਦਾ ਹੈ, ਜ਼ਿੰਦਗੀ ਦਾ ਪਰ ਅਖੀਰ ਇਹਨਾਂ ਨੂੰ ਹੀ ਜ਼ਿੰਦਗੀ ਦਾ ਇੱਕ ਸਹਾਰਾ ਸਮਝ ਲੈਂਦਾ। ਇਹ ਨਹੀਂ ਸਮਝਦਾ ਵੀ ਇਹ ਜਿੰਦ ਤਾਂ ਪਰਮਾਤਮਾ ਦੀ ਅੰਸ਼ ਹੈ। ਉਹ ਚੀਜ਼ ਦਿਸਦੀ ਨਹੀਂ ਤੇ ਮਾਇਆ ਜੋ ਪ੍ਰਤੱਖ ਸਾਹਮਣੇ ਨਜ਼ਰ ਆਉਂਦੀ ਹੈ, ਕਿਉਂਕਿ ਪਰਮਾਤਮਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਇਸ ਕਰਕੇ ਦੂਰ ਜਾਪਦਾ ਹੈ। ਕਿਉਂ ਸਤਿਗੁਰੂ ਕਹਿੰਦੇ ਮੋਹ ਮੋਹਿਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਕਹਿੰਦੇ ਭੁੱਲਿਆ ਤੈਨੂੰ ਦਿਸਦਾ ਹੋਇਆ ਪਸਾਰੇ ਵਿੱਚ ਮੋਹ ਤੇ ਮਮਤਾ ਦੀਆਂ ਬਣ ਰਹੀਆਂ ਇਹਨਾਂ ਗੱਲਾਂ ਦੇ ਵਿੱਚ, ਤੈਨੂੰ ਲੱਗਦਾ ਵੀ ਬੜੀ ਦੂਰ ਹੈ, ਰੱਬ ਤਾਂ ਬੜੀ ਦੂਰ ਹੈ, ਕਿੱਥੇ ਮਿਲਿਆ ਜਾਣਾ, ਕਿਵੇਂ ਹੋਏਗਾ? ਪਰ ਕਹਿੰਦੇ ਨੇ ਉਹ ਤਾਂ ਸਦਾ ਹਦੂਰ ਹੈ, ਉਹ ਤਾਂ ਤੇਰੇ ਨਾਲ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਇਸ ਕਰਕੇ ਸਾਨੂੰ ਦੂਰ ਜਾਪਦਾ। ਇਸੇ ਕਰਕੇ ਕੂੜ ਦੀਆਂ ਕੰਧਾਂ ਅਸੀਂ ਵੱਡੀਆਂ ਕਰਦੇ ਹਾਂ, ਕਿਉਂਕਿ ਕਿਹੜਾ ਕੋਈ ਦੇਖਦਾ, ਕਿਹੜਾ ਵੀ ਸਾਨੂੰ ਦੇਖ ਰਿਹਾ। ਅਸੀਂ ਛੁਪ ਕੇ ਵੀ ਕਰ ਲੈਂਦੇ ਹਾਂ, ਸਾਹਮਣੇ ਵੀ ਕਰ ਲੈਂਦੇ ਹਾਂ। ਹੁਣ ਗੱਲ ਹੈ ਵੀ ਜੇ ਉਹ ਦਿਸਦਾ ਨਹੀਂ, ਫਿਰ ਉਹਦੀ ਹਸਤੀ ਤੇ ਵਿਸ਼ਵਾਸ ਕਿਵੇਂ ਬਣੇ, ਯਕੀਨ ਕਿਵੇਂ ਬਣੇ, ਭਰੋਸਾ ਕਿਵੇਂ ਬਣੇ, ਮਨੁੱਖ ਉਹਦੇ ਵੱਲ ਮੁੜੇ ਕਿਵੇਂ, ਕੂੜ ਦੀ ਕੰਧ ਕਿਵੇਂ ਤੋੜੇ?
ਇਹ ਵਿਥ, ਇਹ ਕੰਧ ਮਾਇਆ ਦੀ ਜਿਹੜੀ ਹੈ ਇਹ ਕਿਵੇਂ ਟੁੱਟ ਸਕਦੀ ਹੈ? ਜਿਹੜੇ ਅਸਲੀ ਮੁੱਢਲਾ ਰੋਗ ਹੈ ਸਾਡੇ ਜੀਵਨ ਦਾ, ਮਨੁੱਖੀ ਜੀਵਨ ਦਾ ਮੁੱਢਲਾ ਰੋਗ ਹੈ, ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਹੈ ਉਸ ਸਿਰਜਣਹਾਰ ਕਰਤਾਰ ਦੇ ਨਾਲ ਮੇਲ, ਉਸ ਮਾਲਕ ਦੇ ਨਾਲ ਇੱਕਮਿਕ ਹੋਣਾ। ਉਹ ਮੇਲ ਕਿਵੇਂ ਹੋਵੇ? ਅਸੀਂ ਹੁਣੇ ਅਸੀਂ ਗੱਲ ਕਿਹੜੀ, ਜਿਹੜੀ ਚੀਜ਼ ਨੂੰ ਬਾਰ-ਬਾਰ ਯਾਦ ਕਰੀਏ ਉਹਦੇ ਨਾਲ ਮੁਹੱਬਤ ਬਣਦੀ ਹੈ। ਫਿਰ ਉਸ ਪਿਆਰੇ ਨੂੰ ਬਾਰ-ਬਾਰ ਯਾਦ ਕਰੀਏ, ਬਾਰ-ਬਾਰ ਯਾਦ ਕਰਨ ਦੇ ਨਾਲ, ਬਾਰ-ਬਾਰ ਚਿੰਤਨ ਕਰਨ ਦੇ ਨਾਲ, ਜਦੋਂ ਬਾਰ-ਬਾਰ ਚਿੰਤਨ ਕਰਾਂਗੇ ਤਾਂ ਹੀ ਕਹਿੰਦੇ ਬਾਰੰਗਬਾਰ ਬਾਰ ਪ੍ਰਭ ਜਪੀਏ। ਤਾਂ ਕਿਆ 6 ਵਾਰੀ ਲਫ਼ਜ਼ ਵਰਤਿਆ ਭਗਤ ਰਵਿਦਾਸ ਜੀ ਨੇ ਹਰ ਹਰ ਦਾ, ਇੱਕ ਵਾਰੀ ਨਾਲ ਵੀ ਗੱਡੀ ਚੱਲ ਸਕਦੀ ਸੀ। ਆਸਾ ਰਾਗ ਚ ਭਗਤ ਰਵਿਦਾਸ ਜੀ ਦਾ ਸ਼ਬਦ ਹੁੰਦਾ ਹਰ 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 ਹਰ। ਦੇਖੋ ਇੱਕ ਪੰਕਤੀ ਵਿੱਚ 6 ਵਾਰੀ ਇਹ ਲਫ਼ਜ਼ ਆਇਆ। ਕਿਉਂ ਆਇਆ? ਕਿਉਂ ਆਇਆ ਇਹ ਲਫ਼ਜ਼? ਦੇਖੋ ਹਰ 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 ਹਰੇ। ਕਿਉਂ? ਕਹਿੰਦੇ ਹਰ ਜਪਤ ਹਰ ਸਿਮਰਤ ਜਨ ਗੇ ਨਿਸਤਰ ਤਰੇ, ਇਸ ਵਾਸਤੇ ਆਇਆ। ਪੱਕਾ ਕਰ ਦਿੱਤਾ, ਇਹ ਨਹੀਂ ਵੀ ਇੱਕ ਵਾਰੀ ਕਹਿ ਕੇ ਨਹੀਂ ਜੀ ਬਸ ਕਿਉਂ ਜਪੀਏ ਬਾਰ-ਬਾਰ, ਕਿਉਂ ਕਹੀਏ ਬਾਰ-ਬਾਰ। ਬਾਰ-ਬਾਰ ਤਾਂ ਕਹਿਣਾ ਪਏਗਾ, ਇਹਨੂੰ ਆਪਣੀ ਯਾਦ ਦਾ, ਆਪਣੀ ਚਿੰਤਨ ਦਾ ਹਿੱਸਾ ਬਣਾਉਣਾ ਪਵੇਗਾ। ਕੂੜ ਦੀ ਕੰਧ ਤੋੜਨ ਲਈ ਉਹਦੀ ਥਾਂ ਤੇ ਕੋਈ ਹੋਰ ਚੀਜ਼ ਵਸਾਉਣੀ ਪਵੇਗੀ। ਜਿਹੜਾ ਸਾਡਾ ਇਹ ਹਰ 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 ਹਰੇ ਹਰ ਸਿਮਰਤ ਜਨ ਗੇ ਨਿਸਤਰ ਤਰੇ, ਕਹਿੰਦੇ ਦੇਖ ਲਓ ਕਬੀਰ ਜੀ ਨੂੰ, ਦੇਖ ਲਓ ਨਾਮਦੇਵ ਜੀ ਨੂੰ, ਦੇਖ ਲਓ ਇਹਨਾਂ ਭਗਤਾਂ ਨੂੰ ਕਿਵੇਂ ਉਹਨਾਂ ਨੇ ਪਾਰ ਜਪ ਕੇ ਪਾਰ ਉਤਾਰਾ ਕਰ ਲਿਆ। ਲੋਕੀ ਉਹਨਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਦੁਰਕਾਰਦੇ ਸੀ, ਭੰਡਦੇ ਸੀ, ਨੀਵੀਂ ਜਾਤ ਦੇ ਕਹਿੰਦੇ ਸੀ, ਕੋਈ ਜੁਲਾਹਾ ਕਹਿੰਦਾ ਸੀ, ਕੋਈ ਛਿੰਬਾ ਕਹਿੰਦਾ ਸੀ। ਪਰ ਗੁਰੂ ਨਾਨਕ ਦੀ ਬਾਣੀ ਨੇ ਸਭ ਕੁਝ ਹਟਾ ਕੇ ਰੱਖ ਦਿੱਤਾ। ਪਰ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਵੀ ਲੋਕ ਚਮਾਰ ਚਮਾਰ ਕਹਿੰਦੇ ਨੇ। ਫਿਰ ਕੀ ਹੋਇਆ? ਚਮਾਰ ਤਾਂ ਚਮੜਾ ਨਾ, ਸਾਰੀ ਦੁਨੀਆ ਚਮੜੇ ਦੀ ਬਣੀ ਹੋਈ ਹੈ। ਗੱਲ ਕੀ ਹੈ? 6 ਵਾਰੀ ਕਿਉਂ ਲਿਖਿਆ? ਵੀ ਜਿਹਨੂੰ ਬਾਰ-ਬਾਰ ਜਪੀਏ ਉਹਦੇ ਨਾਲ ਪਿਆਰ ਬਣ ਜਾਂਦਾ, ਉਹਦੇ ਨਾਲ ਮੁਹੱਬਤ ਬਣ ਜਾਂਦੀ ਹੈ। ਜਿਸ ਨਾਲ ਡੂੰਘਾ ਪਿਆਰ ਹੋ ਜਾਂਦਾ ਉਸ ਨਾਲ ਫਿਰ ਸੁਭਾਅ ਮਿਲ ਜਾਂਦਾ। ਬਸ ਆਹੀ ਹੁਕਮ ਮੰਨਣ ਦੀ ਗੱਲ ਹੈ, ਆਹੀ ਹੁਕਮ ਰਜ਼ਾਈ ਚੱਲਣ ਦੀ ਗੱਲ ਹੈ। ਇਹੋ ਹੀ ਸਜਾਰ ਬਣਨ ਦਾ ਇੱਕ ਢੰਗ ਹੈ। ਉਸ ਪਿਆਰੇ ਨੂੰ ਬਾਰ-ਬਾਰ ਜਪ ਕੇ ਆਪਣਾ ਸੁਭਾਅ ਉਹਦੇ ਵਰਗਾ ਬਣਾਉਣਾ, ਉਹਦੇ ਵਾਂਗੂ ਮਿਲਾ ਲੈਣਾ, ਉਸ ਨਾਲ ਇੱਕ ਰੂਪ ਹੋ ਜਾਣਾ, ਉਸ ਦਾ ਹਿਰਦੇ ਕੀਤਾ ਹੋਇਆ ਹਰ ਕੰਮ ਚੰਗਾ ਲੱਗਣਾ। ਜਿਉਂ-ਜਿਉਂ ਸਾਡੇ ਇਹ ਜਿੰਦ ਦੇ ਸੋਮਾ ਸਿਰਜਣਹਾਰ ਦੇ ਨਾਲ ਸਾਡਾ ਮੇਲ ਜੋਲ, ਸਾਡੀ ਨੇੜਤਾ ਉਹਦੀ ਯਾਦ ਨਾਲ ਬਣਦੀ ਜਾਏਗੀ, ਤਿਵੇਂ ਉਹ ਸਾਡੀ ਜਿੰਦ ਦਾ ਸਹਾਰਾ ਬਣ ਜਾਏਗਾ, ਸਾਡੀ ਜਿੰਦ ਦਾ ਆਸਰਾ ਬਣ ਜਾਏਗਾ, ਤਿਵੇਂ ਬਣ ਜਾਏਗਾ। ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜੇ ਟੁੱਟੇ ਪਾਲ ਦੀ ਕਹਾਣੀ ਕੋਈ ਛੋਟੀ ਨਹੀਂ ਹੈ। ਇਹ ਸਮਝ ਆਉਣ ਲੱਗ ਜਾਏਗੀ ਕਿ ਧਨ ਪਦਾਰਥ ਸਿਰਫ ਥੋੜੇ ਦਿਨ ਦੀ ਖੇਡ ਹੈ। ਇਹ ਸਿਰਫ ਸਾਡੇ ਸਰੀਰਕ ਨਿਰਵਾਹ ਲਈ ਹਨ, ਸਾਡੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਹਨ। ਇਹ ਸਾਡਾ ਸਾਥੀ ਨਹੀਂ ਹੈ। ਜੋ ਸਾਡਾ ਸਾਥੀ ਹੈ ਉਹ ਇੱਕੋ ਹੀ ਹੈ, ਉਹ ਹੈ ਹਰ 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 ਹਰੇ। ਫਿਰ ਬੰਦੇ ਨੂੰ ਸਮਝ ਆ ਜਾਂਦੀ ਹੈ ਜੋ ਸਾਡਾ ਸਾਥੀ ਨਹੀਂ ਉਹਨਾਂ ਦੀ ਖਾਤਰ ਠੱਗੀ ਕਿਉਂ ਕਰੀਏ, ਫਰੇਬ ਕਿਉਂ ਕਰੀਏ, ਈਰਖਿਆ ਕਿਉਂ ਕਰੀਏ, ਵੈਰ ਵਿਰੋਧ ਕਿਉਂ ਸਹੇੜੀਏ, ਜਿਹੜੇ ਜੀਵਨ ਵਿੱਚ ਹੈ ਹੀ ਥੋੜ੍ਹੇ ਚਿਰੇ ਹਨ। ਬਸ ਇਹ ਸਮਝ ਆ ਜਾਣੀ ਹੀ ਕੂੜ ਦੀ ਕੰਧ ਤੋੜਨੀ ਹੈ। ਕੂੜ ਦੀ ਕੰਧ ਇਹੋ ਹੀ ਹੈ, ਸਮਝ ਆ ਜਾਣੀ, ਅੰਦਰ ਚੇਂਜ ਹੋ ਜਾਣੇ, ਵਿਚਾਰਾਂ ਦਾ ਬਦਲ ਜਾਣਾ, ਬਾਹਰਲੇ ਮੁਖੀ ਤੋਂ ਹਟ ਕੇ ਅੰਤਰਮੁਖੀ ਹੋ ਜਾਣਾ, ਬਾਹਰੀ ਸੋਚ ਤੋਂ ਹਟ ਕੇ ਅੰਦਰਮੁਖੀ ਹੋ ਜਾਣਾ। ਦੇਖੋ ਜਿਹੜੇ ਅਸੀਂ ਕਰਮ ਕਰਦੇ ਆ ਨਾ, ਜੋ ਨਾਮ ਕੇ ਪ੍ਰਭਾਵ ਦੀ ਗੱਲ ਕੀਤੀ, ਹਰ 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 ਕਿਉਂ ਕਹੀਏ, ਕਿਉਂ ਬਾਰ-ਬਾਰ ਜਪੀਏ? ਇੱਕ ਛੋਟੀ ਜਿਹੀ ਉਦਾਹਰਨ ਦੇ ਰਿਹਾ ਵੀ ਇੱਕ ਛੋਟਾ ਜਿਹਾ ਬੱਚਾ
ਆਪਣੀ ਮਾਂ ਦੇ ਨਾਲ ਬਾਜ਼ਾਰ 'ਚ ਜਾਂਦਾ ਹੈ ਜਾਂ ਘਰ ਦੇ ਬਾਹਰ ਹੀ ਅਸੀਂ ਆਸ ਰੱਖ ਲਈਏ ਕਿ ਕੋਈ ਛਾਬੜੀ ਲੈ ਕੇ, ਰੇੜੀ ਲੈ ਕੇ ਕੋਈ ਚੀਜ਼ ਵੇਚਣ ਲਈ ਆਉਂਦਾ ਹੈ। ਫਾਰ ਐਗਜ਼ਾਮਪਲ ਗੱਲ ਕਰਦੇ ਹਾਂ। ਉਹ ਛੋਟਾ ਬੱਚਾ ਜਦੋਂ ਚੀਜ਼ ਨੂੰ ਵੇਖਦਾ ਹੈ ਤੇ ਮਾਂ ਦੇ ਖਿਹੜੇ ਪੈ ਜਾਂਦਾ ਵੀ ਮੈਨੂੰ ਇਹ ਲੈ ਕੇ ਦੇ, ਮੈਨੂੰ ਇਹ ਚੀਜ਼ ਲੈ ਕੇ ਦੇ। ਕਿਉਂ? ਉਹਨੇ ਨਾ ਉਹ ਚੀਜ਼ ਕਦੀ ਪਹਿਲਾਂ ਖਾਧੀ, ਨਾ ਕਦੀ ਦੇਖੀ, ਪਰ ਉਹਦੇ ਅੰਦਰੋਂ ਹੀ ਇਹ ਪ੍ਰੇਰਨਾ ਕਿਉਂ ਉੱਠ ਗਈ? ਪਰ ਹੁਣ ਅਗਲੀ ਗੱਲ ਸੀ ਜਿਹੜੀ ਸਮਝਣ ਵਾਲੀ, ਕਿ ਜੇ ਮਾਂ ਉਸ ਬੱਚੇ ਨੂੰ ਉਹ ਚੀਜ਼ ਲੈ ਦੇਵੇ, ਦੋ ਗੱਲਾਂ ਹੋਈਆਂ, ਪ੍ਰੇਰਨਾ ਅੰਦਰੋਂ ਵਿਚਾਰ ਪੈਦਾ ਹੋਣੇ, ਦੂਜਾ ਸੀ ਉਹਨਾਂ ਵਿਚਾਰਾਂ ਦੀ ਪੂਰਤੀ ਲਈ ਅਗਲਾ ਕਰਮ ਕਰਨਾ। ਜਾਂ ਤਾਂ ਉਹਨਾਂ ਵਿਚਾਰਾਂ ਨੂੰ, ਜੇ ਵਿਚਾਰ ਠੀਕ ਨਹੀਂ ਸੀ, ਕਰਮ ਕਰ ਦਿੱਤਾ ਜਾਂਦਾ, ਦਬਾ ਦਿੱਤਾ ਜਾਂਦਾ, ਸਚਿਆਰ ਦੇ ਨਾਲ ਕੁੜਿਆਰਾਂ ਨੂੰ ਦੱਬਿਆ ਜਾਂਦਾ। ਪਰ ਨਹੀਂ, ਪਰ ਜੇ ਹੁਣ ਉਦਾਹਰਨ ਹੈ ਕਿ ਜੇ ਉਹ ਮਾਂ ਲੈ ਦੇਵੇ ਉਹਨੂੰ ਚੀਜ਼, ਫਿਰ ਕੀ ਹੈ, ਬੱਚਾ ਜਦੋਂ ਰੋਜ਼ ਹੀ ਉਹ ਰੇਹੜੀ ਵਾਲਾ ਆਏਗਾ, ਛਾਬੜੀ ਵਾਲਾ ਆਏਗਾ, ਬੱਚਾ ਰੋਜ਼ ਖੜੇ ਪਵੇਗਾ, ਉਹਨੂੰ ਸਵਾਦ ਲੱਗ ਗਈ, ਸਵਾਦ ਪੈ ਗਿਆ, ਜੀਭ ਨੂੰ ਉਹਦਾ ਸਵਾਦ ਆ ਗਿਆ, ਮਿੱਠੇ ਦਾ, ਮਠਿਆਈ ਦਾ, ਖੱਟੇ ਦਾ, ਜੋ ਵੀ ਅਸੀਂ ਕਹਿ ਲਈਏ। ਹੁਣ ਉਹਦਾ ਮਨ ਸਵਾਦ ਵਿੱਚ ਟਿਕ ਗਿਆ, ਮਨ ਉਹਦੇ ਸਵਾਦ ਵੀ ਟਿਕ ਗਿਆ। ਜਦੋਂ ਹੀ ਉਹ ਛਾਬੜੀ ਵਾਲੇ ਨੂੰ ਜਾਂ ਰੇਹੜੀ ਵਾਲੇ ਨੂੰ ਦੇਖਦਾ ਤੇ ਮਨ ਵਿੱਚ ਟਿਕੇ ਹੋਏ ਸੰਸਕਾਰ ਅੰਦਰੋਂ ਜਾਗ ਪੈਂਦੇ ਨੇ, ਉਹ ਸਵਾਦ ਦੇ ਸੰਸਕਾਰ ਜਿਹੜੇ ਹਨ, ਤੇ ਉਹਨੂੰ ਪ੍ਰੇਰਦੇ ਨੇ, ਚੱਲ ਮਾਂ ਨੂੰ ਕਹਿ ਮੈਨੂੰ ਇਹ ਲੈ ਕੇ ਦੇਵੇ। ਫਿਰ ਹੁੰਦਾ ਵੀ ਹੈ, ਕਲਪਦਾ ਵੀ ਹੈ, ਮਾਂ ਚਪੇੜ ਵੀ ਮਾਰ ਦਿੰਦੀ ਹੈ, ਕਈ ਵਾਰੀ ਰੋਕਦੀ ਵੀ ਹੈ, ਪਰ ਕਿੱਥੇ ਰੁਕਦਾ, ਕਿਉਂਕਿ ਉਹਦੇ ਅੰਦਰ ਸੰਸਕਾਰ ਬਣ ਗਏ। ਜਿਹੜਾ ਵੀ ਕਰਮ ਮਨੁੱਖ ਕਰਦਾ ਹੈ, ਉਹਦੇ ਸੰਸਕਾਰ ਉਹਦੇ ਅੰਦਰ ਟਿਕਦੇ ਹਨ। ਲੋ ਖਿਆਲ ਕਰਨਾ, ਕੂੜ ਕੀ ਹੈ? ਜਿਹੜੇ ਕਰਮ ਕਰਦਾ ਹੈ ਉਹਦੇ ਸੰਸਕਾਰ ਅੰਦਰ ਬਣਦੇ ਨੇ, ਮਨ ਦਾ ਹਿੱਸਾ ਬਣ ਜਾਂਦੇ ਨੇ, ਸਾਡੀ ਸੋਚ ਦਾ ਹਿੱਸਾ ਬਣ ਜਾਂਦੇ ਨੇ। ਮਨੁੱਖ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਹੋਏ ਨੂੰ ਚਿੱਤਰਗੁਪਤ ਵੀ ਅਸੀਂ ਕਹਿ ਦਿੰਦੇ ਹਾਂ, ਜਿਹਨੂੰ ਗੁਰਬਾਣੀ ਚਿੱਤਰਗੁਪਤ ਕੀ ਵਰਤਿਆ, ਲਫ਼ਜ਼ ਵਰਤਿਆ। ਚਿੱਤਰਗੁਪਤ ਕੀ ਹੈ? ਸਾਡੇ ਕੀਤੇ ਹੋਏ ਕਰਮਾਂ ਦਾ, ਉਹ ਸੰਸਕਾਰਾਂ ਦਾ ਉਹ ਪ੍ਰਭਾਵ ਜਿਹੜਾ ਹੈ, ਉਹੀ ਲੁਕਿਆ ਹੋਇਆ ਨਾ, ਸਾਨੂੰ ਤਾਂ ਪਤਾ ਨਹੀਂ ਲੱਗਦਾ, ਉਹਨੂੰ ਅਸੀਂ ਚਿੱਤਰਗੁਪਤ ਵੀ ਕਹਿ ਦਿੰਦੇ ਹਾਂ। ਹੁਣ ਇਹ ਜਦੋਂ ਇਹ ਸਾਡੇ ਸੁਭਾਅ ਵਿੱਚ ਆ ਜਾਂਦੇ ਨੇ, ਕੀਤੇ ਹੋਏ ਕਰਮ ਜਿਹੜੇ ਹਨ ਸਾਡੇ ਸੁਭਾਅ ਦਾ ਹੁਣ ਹਿੱਸਾ ਬਣ ਜਾਂਦੇ ਹਨ। ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਦ ਤੋਂ ਦੁਨੀਆ ਬਣੀ ਹੈ, ਰਿਵਾਜ, ਇਹ ਵਿਚਾਰ ਤੁਰਿਆ ਹੁੰਦਾ ਹੈ, ਜਦ ਤੋਂ ਦੁਨੀਆ ਬਣੀ ਹੈ। ਇਹ ਟਲ ਕੁਦਰਤ ਦਾ ਇੱਕ, ਨੇਚਰ ਦਾ ਇੱਕ ਨਿਯਮ ਜਿਹਾ ਬਣਿਆ ਹੋਇਆ, ਪਰ ਮਨੁੱਖ ਦੀ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਵੀ ਸਕਦੀ ਹੈ ਤੇ ਬਦਲਦੀ ਵੀ ਰਹਿੰਦੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ, ਚੰਗੇ ਤੇ ਮਾੜੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿੱਚ ਸਦਾ ਆਪੋ ਵਿੱਚ ਘੋਲ ਹੁੰਦਾ। ਜਿਹਨੂੰ ਹੁਣ ਗੁਸਾਈ ਦਾ ਪਹਿਲਵਾਨੜਾ ਅਸੀਂ ਜੋ ਬਣ ਜਾਈਏ ਤਾਂ ਫਿਰ ਅਸੀਂ ਗੁਰਮਿਲ ਉੱਚ ਦਮਾਲੜਾ ਤੇ ਪਹੁੰਚ ਜਾਵਾਂਗੇ। ਇਹ ਛਿੰਝ ਹੈ ਨਾ, ਇਸ ਛਿੰਝ ਹੈ, ਸਭ ਹੋਈ ਛਿੰਝ ਇਕੱਠੀਆਂ, ਇਹ ਛਿੰਝ ਇਕੱਠੀ ਹੋਈ ਹੈ, ਪਹਿਲਵਾਨ ਲੜਦੇ ਨੇ, ਚੰਗੇ ਤੇ ਮਾੜਿਆਂ ਦੇ ਸੰਸਕਾਰਾਂ ਦੇ ਘੋਲ ਹੋ ਰਹੇ ਨੇ ਆਪੋ ਵਿੱਚ। ਤਕੜਾ ਧੜਾ ਮਾੜੇ ਨੂੰ ਹਮੇਸ਼ਾ ਢਾ ਲੈਂਦਾ, ਜੇ ਮਾੜੇ ਸੰਸਕਾਰ ਹਾਵੀ ਹੋ ਜਾਣ ਤੇ ਇਨਸਾਨ ਸੰਸਾਰੀ ਬਣ ਜਾਂਦਾ ਹੈ, ਤੇ ਚੰਗੇ ਸੰਸਕਾਰ ਹੋ ਜਾਣ ਤੇ ਬੰਦਾ ਨਿਰੰਕਾਰੀ ਬਣ ਜਾਂਦਾ, ਉਹਨੂੰ ਨਿਰੰਕਾਰ ਦਾ ਮਾਰਗ ਦਿੰਦੇ ਰਹਿ ਜਾਂਦਾ। ਬਸ ਇਹੋ ਹੀ ਹੈ, ਕੂੜ ਦੀ ਕੰਧ ਨੂੰ ਤੋੜਨਾ, ਮਾੜੇ ਸੰਸਕਾਰਾਂ ਨੂੰ ਕਰਮ ਕਰਕੇ, ਮਾੜੀ ਸੋਚ ਨੂੰ ਕਰਮ ਕਰਕੇ ਉਹਦੇ ਤੇ ਗੁਰੂ ਦੀ ਸੋਚ ਨੂੰ ਟਿਕਾਉਣਾ, ਗੁਰੂ ਦੀ ਸੋਚ ਨੂੰ ਹਾਵੀ ਬਣਾਉਣਾ। ਗੁਰੂ ਆਪਣੀ ਬਾਣੀ ਦੇ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ ਗਾਉਣ ਨਾਲ ਜੋੜਦਾ ਹੈ, ਸਿਰਫ ਸਲਾਹ ਵੀ ਟਿਕਾਉਂਦਾ ਹੈ। ਇਸ ਸਿਰਫ ਸਲਾਹ ਨੂੰ ਧਿਆਨ ਨਾਲ ਸੁਣਨਾ, ਇਹੋ ਹੀ ਪਰਮਾਤਮਾ ਦੀ ਸਮਾਧੀ ਲਾਉਣੀ ਹੈ, ਇਹੋ ਹੀ ਚੁੱਪ ਹੈ, ਇਹੋ ਹੀ ਤੀਰਥ ਇਸ਼ਨਾਨ ਹੈ, ਇਹੋ ਹੀ ਦੁਨੀਆ ਦੇ ਪਦਾਰਥ ਹਨ, ਇਹੋ ਹੀ ਸਾਡੀ ਪੂੰਜੀ ਹੈ, ਇਹੋ ਹੀ ਸਾਡੀ ਰਾਸ ਹੈ।
फिर दोहरा रहा गल कि गुरु अपनी बाणी दी राही मनुख नूं परमात्मा दे गुण गान विच जोड़दा है, सिर्फ सलाह भी टिकाउंदा है। इस सिर्फ सलाह नूं ध्यान नाल सुनना ते मन विच टिकाउणा ही परमात्मा नाल समाधि लाउणी है, इहो ही सचार बनना है, इहो ही अपना विचारां नूं बदलना है। ते गुरु मिलदा है प्रभु दी मेहर दे नाल, गुरु मिलदा है प्रभु दी मेहर दे नाल, सही रस्ते ते गुरु लिआउंदा है। हुण सतगुरु जी कहंदे ने जिहड़ा हुक्म रजाई चलण दी गल समझा दित्ती कि देखो दो चीज़ां गुरु साहब जी ने सानू दे दित्तियां गुरबाणी दी राही। गुरु साडा है कौन है? सरीरक तौर ते तां किसी ने साथ देना नहीं, जगत रचना दा अटल निज़म है, जो आया उन्हें तुर जाना है। सो बाणी गुरु साहब जी ने बाणी राही सानू सारे जीवन के तजर्बे समझा दिते। यह जिहड़ी किम सचारा हुई है, किम कूड़ा टुटे पाल, सारी बाणी जो मनुख नूं जे समझ लवे तो इहदे दुआले घुमदी है। सचार किवें बनना है, सचार किवें बनना है। सतगुरु गुरु ग्रंथ साहिब के अंदर दर्ज बाणी नूं ध्यान नाल पढ़ के देखिए, शुरू तो लैके अखीर तक इसे ख्याल की व्याख्या की गई है कि कूड़ा टुटे पाल। जे थोड़ा जिहा डीपली आपां नूं सोच लईए, गुरु बाणी है, बाणी गुरु है, वो सदा थिर गुरु है। गुरु का सरीरक इतिहास मनुख की अगवाई की सिर्फ पूरने पाउंदा है, पर जो हुण अगवाई है सानू गुरबाणी तो मिलनी है। ये इतिहास गुरबाणी के अनुकूल भी कई बारी है, तो कई बार इतिहास साडा गुरबाणी के विरोधी भी है। तो इत्थे सानू सिर्फ ये जरूरी गल करनी चाहना भी इत्थे सानू अपने सोच ते गुरु की बाणी ते परख के देखना चाहिए कि गुरु यह गल कर सकता कि नहीं कर सकता, जे उहदे नाल जोड़ी गई है तो क्यों जोड़ी गई है। जे बाणी च उस चीज़ां की हिदायत नहीं तो गुरु कथनी ते करनी विच फर्क नहीं सी रखता। गुरु की कथनी ते करनी इक्को सी। गुरु नूं असीं दुनियावी बंदा ना समझ लईए भी छोटा, हाँ जन्म लिया लेकिन गुरु एक साडे वर्गा इंसान नहीं सी। गुरु की कथनी ते करनी एक सी, मुकम्मल सी। मुकम्मल तौर ते वो परमेश्वर दे नाल सरीरक जामे विच हुंदियां होइयां भी कथनी ते करनी दे मुकम्मल तौर ते एक रूप सन। गुरु दे विच जदों इहो जिहे सवाल आउंदे ने, वो सवालां नूं अपने लैवल ते आप रखिए कि गुरु की कथनी करनी च फर्क हो सकदा। गुरु सानू की उपदेश दे रहा बाणी राही, आप की कर रहे, फिर तो कुछ भी ना बढ़िया जे कथनी करनी का फर्क हो गया। तो गुरु साहब जी ने हुण ये सानू दस दिता भी देखो ये रोग है साडा कूड़ दी कंध। कूड़ दी कंध साडे अंदर रोग है। हुण दवाई जदों असीं कोई शरीर नूं रोग लग जाए तो निरी दवाई काम नहीं करती। ये भी ध्यान रखना जरूरी होता है कि दवाई पानी ना खानी है, दुध ना खानी है, शरबत ना खानी, किहड़ी चीज़ खानी है, किहड़ी चीज़ की मनाही है, किहड़ी चीज़ परहेज है, किहड़ी चीज़ नहीं परहेज है। कई दवाइयां खाली पेट खानियां ने, कई खाने दे विच खानियां ने, कई रोटी दे पिछों खानियां ने, कोई पहला खानियां ने। इस तरह खुराक का भी पूरा ध्यान रखना पैंदा है। कोई चीज़ खानी हुंदी, कोई नहीं खानी हुंदी। आत्मक ते मानसिक रोगां वास्ते भी ये निज़म है। रोग है जगत का मोह, इहदी दवाई है प्रभु चरना दे नाल जुड़ना। रोग है जगत का मोह, इहदी दवाई है प्रभु चरना नाल जुड़ना। ते उहदे लई एक सिद्धांत है, वो है कि आम तौर पर असीं देखदे हां सूरज चढ़दे सार मनुख की सुरत जिहड़ी है धंधिਆਂ विच खचत हो जाती है। दुनिया वाले काम जिहड़े आके सिर ते बोलण लग पैंदे ने, मनुख इसे पासे दौड़ भज करदा रहिंदा है। आत्मक रोगां नूं दूर करन लई फिर दवाई उहदे लई भी ये निज़म है, उहदे लई दवाई चाहीदी है। वो की है, जैसी आम बोली च कह लईए वो है अमृत वेले उठ के सरीरक क्रिया करके स्नान करके
ਸਰੀਰਕ ਆਲਸ ਨੂੰ ਦੂਰ ਕਰਕੇ ਗੁਰਬਾਣੀ ਵਿੱਚ ਜੁੜਨਾ ਤੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਟਿਕਣਾ। ਇਹ ਸਿਧਾਂਤ ਹੈ, ਇਹ ਸਿਧਾਂਤ ਹੈ। ਗੁਰੂ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ ਉਹ ਇਹੋ ਹੀ ਹੈ ਕਿ ਇਹ ਕੂੜ ਦੀ ਕੰਧ ਜਿਹੜੀ ਬਣੀ ਹੋਈ ਹੈ ਇਹ ਕਿਵੇਂ ਟੁੱਟੇ, ਕਿਵੇਂ ਹੋਵੇ। ਇਹ ਤੀਰਥ ਇਸ਼ਨਾਨਾਂ ਨਾਲ ਨਹੀਂ ਟੁੱਟਣੀ, ਇਹ ਤਿਆਗ ਨਾਲ ਨਹੀਂ ਟੁੱਟਣੀ, ਇਹ ਮੂਰਤੀਆਂ ਦੀ ਪੂਜਾ ਕਰਨ ਨਾਲ ਨਹੀਂ ਟੁੱਟਣੀ। ਇਹ ਕੂੜ ਦੀ ਕੰਧ ਟੁੱਟੇਗੀ ਤਾਂ ਉਹ ਹੈ ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦੀ ਯਾਦ ਵਿੱਚ ਹੋਣਾ, ਕਿਰਤਕਾਰ ਵਿੱਚ ਕਮਾਈ ਹੱਕ ਦੀ ਕਰਨੀ, ਉਹਦੇ ਵਿੱਚੋਂ ਲੋੜਵੰਦਾਂ ਦੀ ਸੇਵਾ ਕਰਨੀ, ਸੇਵਾ ਵੀ ਕਰਨੀ ਨਿਸ਼ਕਾਮ ਹੋ ਕੇ, ਨਿਰਮਾਨ ਹੋ ਕੇ। ਇਹ ਨਹੀਂ ਸੇਵਾ ਦਾ ਮਾਨ ਕਰਨ ਕਰਕੇ। ਦਿਨ ਵੇਲੇ ਵੀ ਜਦੋਂ ਸਮਾਂ ਮਿਲੇ, ਜਦੋਂ ਟਾਈਮ ਮਿਲੇ, ਚੰਗੇ ਮਨੁੱਖਾਂ ਦੀ ਸੰਗਤ ਕਰਨੀ, ਸੰਗ ਤੋਂ ਬਚਣਾ, ਕਿਸੇ ਨੂੰ ਕੋਈ ਤਕਲੀਫ ਜਾਂ ਕੋਈ ਨੁਕਸਾਨ ਨਾ ਪਹੁੰਚਾਉਣਾ, ਕਿਸੇ ਦਾ ਦਿਲ ਨਾ ਦਿਖਾਉਣਾ, ਕੌੜੇ ਬੋਲ ਨਾ ਬੋਲਣਾ, ਦੂਜਿਆਂ ਵੱਲੋਂ ਹੋਈ ਹੋਈ ਵਧੀਕੀ ਨੂੰ ਜਰ ਲੈਣਾ, ਦੂਜਿਆਂ ਵੱਲੋਂ ਕੀਤੀ ਵਧੀਕੀ ਨੂੰ ਜਰਨਾ, ਬੁਰਾਈ ਕਰਨ ਵਾਲੇ ਨੂੰ ਵੀ ਭਲਾਈ ਕਰਨੀ, ਬੁਰੇ ਦਾ ਭਲਾ ਕਰਨ ਵਾਲੀ ਗੱਲ ਕਰਨੀ, ਪਰਮਾਤਮਾ ਯਾਦ ਦੀ ਆਦਤ ਪੱਕੀ ਕਰਨੀ, ਤੁਰਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਉਹਦੀ ਯਾਦ ਸਾਡੇ ਚਿੰਤਨ ਵਿੱਚ ਟਿਕੀ ਰਹੇ, ਸਾਡੀ ਮਨ ਵਿੱਚ ਟਿਕੀ ਰਹੇ, ਉਹਦੀ ਯਾਦ ਰੱਖੀਏ। ਇਸ ਯਾਦ ਦੀ ਬਰਕਤ ਨਾਲ ਜਦੋਂ ਮਨ ਨੂੰ ਵਿਕਾਰਾਂ ਵੱਲੋਂ ਅਸੀਂ ਰੋਕਦੇ ਰਵਾਂਗੇ, ਅੰਦਰ ਭੈੜੇ ਸੰਸਕਾਰ ਮਿਟਦੇ ਜਾਣਗੇ ਤੇ ਅੰਦਰ ਨਿਰੰਕਾਰ ਦੀ ਜੋਤ ਜਿਹੜੀ ਹੈ ਉਹ ਪ੍ਰਗਟ ਹੋ ਕੇ ਸਾਡੇ ਅੰਦਰੋਂ ਕੂੜ ਦੀ ਕੰਧ ਟੁੱਟ ਜਾਏਗੀ। ਬਸ ਇਹ ਹੈ ਮੁਕਤੀ, ਇਹੋ ਹੀ ਸਾਡੀ ਮੁਕਤੀ ਹੈ। ਮੁਕਤੀ ਤੋਂ ਭਾਵ ਵਿਕਾਰਾਂ ਵੱਲੋਂ ਮੁਕੰਮਲ ਆਜ਼ਾਦੀ ਹੈ, ਕੂੜ ਤੋਂ ਮੁਕੰਮਲ ਆਜ਼ਾਦੀ ਹੈ। ਜਿਹੜਾ ਮਨੁੱਖ ਇਸ ਅਵਸਥਾ ਤੇ ਪਹੁੰਚ ਗਿਆ ਉਹਦੀ ਪਰਮਾਤਮਾ ਨਾਲੋਂ ਵਿੱਥ ਮੁੱਕ ਗਈ। ਇਹ ਅਵਸਥਾ ਹੈ, ਇਹ ਹੈ ਕੂੜ, ਇਹ ਹੈ ਕੂੜ ਦੀ ਕੰਧ ਤੋੜਨੀ। ਉਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਕੀ ਹੈ? ਇਹ ਜੋ ਆਪਾਂ ਬਚਨਾਂ ਦੀ ਸਾਧ ਕੀਤੀ ਹੈ, ਆਪਣਾ ਸੁਭਾਅ ਉਹਦੇ ਵਰਗਾ ਬਣਾਉਣਾ, ਆਪਣੇ ਵਿਚਾਰ ਉਹਦੇ ਵਰਗੇ ਬਣਾਉਣੇ, ਆਪਣੀ ਨਿੱਕੀ ਜਿਹੀ ਜਿੰਦ ਨੂੰ ਸਰਵ ਵਿਆਪਕ ਜਿੰਦ ਵਿੱਚ ਲੀਨ ਕਰਨਾ। ਇਹ ਹੈ ਇਨਸਾਨ ਦਾ ਸੁਭਾਅ। ਜਦੋਂ ਬਣ ਜਾਂਦਾ ਹੈ ਫਿਰ ਉਹਦੇ ਅੰਦਰ ਹਰ ਥਾਂ ਹਰੇਕ ਜੀਵ ਵਿੱਚ ਸਿਰਜਣਹਾਰ ਪ੍ਰਭੂ ਦੀ ਜੋਤ ਉਹਨੂੰ ਦਿਸਦੀ ਹੈ। ਉਹ ਕਦੇ ਲੁੱਕ ਕੇ ਵੀ ਕੋਈ ਵਿਕਾਰ ਨਹੀਂ ਕਰਦਾ, ਲੁੱਕ ਕੇ ਵੀ ਕੋਈ ਠੱਗੀਆਂ ਨਹੀਂ ਕਰਦਾ, ਲੁੱਕ ਕੇ ਵੀ ਕੋਈ ਗੁਨਾਹ ਨਹੀਂ ਕਰਦਾ। ਲੁਕਿਆ ਕਿਸ ਤੋਂ? ਕਿਉਂਕਿ ਵੇਖਣ ਵਾਲਾ ਤਾਂ ਹੁਣ ਉਹਨੂੰ ਆਪਣੇ ਅੰਦਰ ਦਿਸਦਾ ਹੈ। ਜਿਹਦੇ ਕੋਲ ਲੁਕਦਾ ਸੀ ਉਹ ਤਾਂ ਹੁਣ ਸਾਹਮਣੇ ਨਾਲ ਬੈਠਾ ਦਿਖਾਈ ਦੇਣ ਲੱਗ ਪਿਆ। ਕੰਧ ਸੀ ਨਾ, ਪਰਦਾ ਟੁੱਟ ਗਿਆ, ਕੰਧ ਟੁੱਟ ਗਈ, ਅੰਦਰ ਬੈਠਾ ਹੋਇਆ ਨਾਲ ਦਿਸਦਾ। ਹੁਣ ਨਾਲ ਦਿਸਦਾ ਹੈ, ਸੁੱਖ ਆਵੇ ਭਾਵੇਂ ਦੁੱਖ ਆਵੇ, ਉਹਨੂੰ ਸਭ ਕੁਝ ਹੁਣ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ ਨਜ਼ਰ ਆਉਂਦਾ ਹੈ। ਉਹਦੀ ਰਜ਼ਾ ਉਹਨੂੰ ਮਿੱਠੀ ਲੱਗਦੀ ਹੈ। ਬਸ ਇਸ ਗੁਰੂ ਸਾਨੂੰ ਇਸ ਜੀਵਨ ਦੀ ਪਟੜੀ ਤੇ ਤੋਰਦਾ ਹੈ। ਇਹ ਲਾਈਨ ਦੇ ਉੱਤੇ ਸਿਰਫ ਗੁਰੂ ਤੋਰ ਸਕਦਾ ਹੈ। ਗੁਰੂ ਉਪਦੇਸ਼ ਰਾਹੀਂ, ਗੁਰੂ ਆਪਣੀ ਬਾਣੀ ਦੀ ਰਾਹੀਂ, ਸਾਨੂੰ ਪਾਏ ਹੋਏ ਪੂਰਨਿਆਂ ਦੇ ਰਾਹੀਂ ਗੁਰੂ ਸਾਨੂੰ ਇਸ ਜੀਵਨ ਦੀ ਪੱਟੀ ਤੇ ਤੋਰਦਾ ਹੈ। ਤੇ ਫਿਰ ਗੁਰੂ ਕਹਿੰਦਾ ਆਪਣੇ ਸੁਭਾਅ ਨੂੰ ਉਹਦੇ ਵਰਗਾ ਬਣਾ। ਤੇ ਜਦੋਂ ਸੁਭਾਅ ਉਹਦੇ ਵਰਗਾ ਬਣ ਜਾਏਗਾ ਤਾਂ ਫਿਰ ਕੀ ਹੋਏਗਾ? ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਇੱਕ ਹੋ ਗਿਆ। ਹੁਣ ਤਾਂ ਉਸ ਕੋਈ ਪਛਾਣ ਵੀ ਨਹੀਂ ਸਕਦਾ ਕਿ ਕਬੀਰ ਤੇ ਉਹਦਾ ਫਰਕ ਕੀ ਹੈ। ਕਿਉਂ? ਕਿ ਅੰਦਰੋਂ ਕੂੜ ਦੀ ਕੰਧ ਟੁੱਟ ਗਈ, ਅੰਦਰ ਵਸਦਾ ਹੋਇਆ ਪਰਮਾਤਮਾ ਬਣ ਗਿਆ। ਹੁਣ ਤਾਂ ਫਿਰ ਅੱਖੀਂ ਬਾਝੋਂ ਵੇਖਣਾ, ਮੇਰੇ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਮੇਰੇ ਹੱਥਾਂ ਕਰਨਾ, ਜੀਵੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਇਹ ਹੈ ਹੁਕਮ ਪਛਾਣਨ। ਜਦੋਂ ਇਹ ਸਾਡੇ ਸਰੀਰਕ ਇੰਦਰੇ ਇਸ ਤਰ੍ਹਾਂ ਚੱਲ ਪੈਣਗੇ, ਅੱਖਾਂ ਤੋਂ ਬਿਨਾਂ ਦੇਖ, ਭਾਵ ਉਹ ਅੱਖਾਂ ਜਿਹਨਾਂ ਨਾਲ ਪਰਮਾਤਮਾ ਦੇਖਣਾ ਸੀ ਉਹ ਦਿਸ ਪਿਆ ਤੇ ਕੂੜ ਦੀ ਕੰਧ ਟੁੱਟ ਗਈ। ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ, ਭਲਿਓ ਦੁਨੀਆ ਦੇ ਲੋਕੋ, ਤੀਰਥਾਂ ਦੇ ਇਸ਼ਨਾਨ ਕਰਨ ਨਾਲ ਇਹ ਪਵਿੱਤਰਤਾ ਨਹੀਂ ਹੋਣੀ, ਤੀਰਥਾਂ ਦੇ ਇਸ਼ਨਾਨ ਕਰਨ ਵਾਲੇ ਕੂੜ ਦੀ ਕੰਧ ਨਹੀਂ ਜੇ ਟੁੱਟਣੀ, ਐਵੇਂ ਸਮਾਧੀਆਂ ਲਾ ਕੇ ਇਹ ਸਮਾਧ ਨਹੀਂ ਜੇ ਟੁੱਟਣੀ,
ਇਹ ਦੁਨੀਆ ਦੇ ਪਦਾਰਥਾਂ ਨਾਲ ਵੀ ਨਹੀਂ ਟੁੱਟਣੀ, ਆਪਣੀਆਂ ਚਲਾਕੀਆਂ ਤੇ ਆਪਣੀਆਂ ਸਿਆਣਪਾਂ ਦੇ ਨਾਲ ਵੀ ਨਹੀਂ ਟੁੱਟਣੀ। ਇਹ ਤਾਂ ਟੁੱਟੇਗੀ ਤਾਂ ਕੇਵਲ ਟੁੱਟੇਗੀ ਹੁਕਮੀ ਬੰਦਾ ਬਣ ਕੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ, ਮਨੁ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਾਹ ਰਹਿਤਾ ਜਾਏ ਸੀ। ਗੁਰੂ ਕਿਰਪਾ ਕਰੇ ਵੀ ਜਾਤ ਸਾਡੀ ਝੋਲੀ ਵਿੱਚ ਪਾ ਦੇਵੇ। ਹੁਕਮ ਰਜ਼ਾਈ ਚੱਲਣ ਦੀ ਗੱਲ, ਹੁਕਮ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਗੇ ਗੁਰੂ ਪਾਤਸ਼ਾਹ ਜੀ ਗੱਲ ਦੱਸਣਗੇ। ਹੁਕਮ ਨੂੰ ਸਮਝਿਆ ਜਾ ਸਕਦਾ ਹੈ, ਲੇਕਿਨ ਸ਼ਬਦਾਂ ਰਾਹੀਂ ਬਿਆਨ ਕਰਨਾ ਇਹ ਕਿਸੇ ਇਨਸਾਨ ਦੀ ਬਾਤ ਨਹੀਂ ਜਾਂ ਸੋਚ ਵੀ ਨਹੀਂ ਹੈ। ਬਸ ਉਹਦੀ ਰਜ਼ਾ ਵਿੱਚ ਤੁਰਨਾ ਤੇ ਉਹਦੇ ਸੁਭਾਅ ਵਰਗਾ ਆਪਣਾ ਹਿਸਾਬ ਬਣਾ ਦੇਣਾ ਹੀ ਅਸਲ ਵਿੱਚ ਹੁਕਮ ਮੰਨਣਾ ਹੈ ਤੇ ਹੁਕਮ ਰਜ਼ਾਈ ਤੁਰਨ ਦੀ ਜਾਚ ਸਿੱਖਣਾ ਹੈ। ਇਹ ਜੋ ਗੁਰੂ ਪਾਤਸ਼ਾਹ ਜੀ ਨੇ ਕਰਕੇ ਵਿਖਾਈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।